ਹਿਸਟੀਰੀਆ ਇੱਕ ਅਜਿਹਾ ਦੌਰਾ ਹੁੰਦਾ ਜਿਹਦੇ ਵਿੱਚ ਇਨਸਾਨ ਹਿੰਸਾਤਮਕ ਵੀ ਹੋ ਜਾਂਦਾ, ਇਨਸਾਨ ਵਾਲ ਖੋਲ੍ਹ ਕੇ ਸਿਰ ਘੁਮਾਉਣਾ ਸ਼ੁਰੂ ਕਰ ਦਿੰਦਾ, ਇਨਸਾਨ ਪਾਗਲਾਂ ਵਾਲੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ, ਇਸ ਤਰ੍ਹਾਂ ਕਿਹਾ ਜਾ ਸਕਦਾ ਆਪਾਂ। ਅਤੇ ਪਿੰਡਾਂ ਦੇ ਵਿੱਚ ਉਹਨੂੰ ਇਹ ਕਿਹਾ ਜਾਂਦਾ ਵੀ ਇਹਨੂੰ ਦੌਰਾ ਪੈ ਗਿਆ, ਜਾਂ ਇਹਨੂੰ ਚੌਕੀ ਆ ਗਈ, ਜਾਂ ਇਹਨੂੰ ਬਹੁਤ ਉਹਦੇ ਨਾਮ ਰੱਖੇ ਹੋਏ ਨੇ। ਅਤੇ ਉਹਨੂੰ ਜਾਂ ਤਾਂ ਕਿਸੇ ਉਹ ਧੂਏ ਵਾਲੇ ਬਾਬੇ ਕੋਲ ਲੈ ਕੇ, ਜਿਹਦੇ ਮੋਰ ਫੰਗ ਲੈ ਕੇ ਬੈਠਾ ਹੋਇਆ ਚਿਮਟੇ ਵਾਲਾ, ਉਹਦੇ ਕੋਲ ਲੈ ਜਾਂਦੇ ਨੇ, ਜਾਂ ਫਿਰ ਉਹਨੂੰ ਕਿਸੇ ਧਾਰਮਿਕ ਸਥਾਨ 'ਤੇ ਲਿਜਾਇਆ ਜਾਂਦਾ, ਅਤੇ ਜਾਂ ਫਿਰ ਉਹਦੇ ਕੋਲ ਹੀ ਆ ਕੇ ਲੋਕ ਮੱਥਾ ਟੇਕਣ ਲੈ ਜਾਂਦੇ ਨੇ ਵੀ ਇਹ ਬਾਬਾ ਬਣ ਗਿਆ ਹੁਣ। ਜਾਂ ਕੋਈ ਬਹੁਤ ਇੱਕ ਭਿਆਨਕ ਰੂਪ ਦੇ ਵਿੱਚ ਗੁੱਸਾ ਕਰਨ ਲੱਗ ਪੈਂਦੀ ਆ ਔਰਤ, ਜਾਂ ਮੇਲ ਦੇ ਵਿੱਚ ਵੀ ਇਹ ਹੁੰਦਾ। ਮੋਸਟਲੀ ਇਹ ਮੰਨਿਆ ਜਾਂਦਾ ਕਿ ਫੀਮੇਲ 'ਚ ਨਹੀਂ, ਮੇਲ ਦੇ ਵਿੱਚ ਵੀ ਇਹ ਹਿਸਟੀਰੀਆ ਦੀ ਸਮੱਸਿਆ ਪਾਈ ਜਾਂਦੀ ਹੈ। ਔਰਤ ਦਾ ਜਿਹੜਾ ਜੀਵਨ ਰਿਹਾ ਉਹ ਕਾਫੀ ਦਬਾਅ ਵਾਲਾ ਭਰਿਆ ਰਿਹਾ। ਸਮਾਜ ਦੀਆਂ ਕਾਫੀ ਚੀਜ਼ਾਂ ਦਾ ਉਹਨੂੰ ਸਾਹਮਣਾ ਕਰਨਾ ਪਿਆ, ਔਰ ਕਾਫੀ ਕੰਪਰੋਮਾਈਜ਼ ਕਰਕੇ ਉਹਨੂੰ ਜੀਵਨ ਜਿਉਣਾ ਪਿਆ। ਉਹ ਸਾਹਮਣੇ ਵਾਲੇ ਨੂੰ ਮਾਰ ਨਹੀਂ ਸਕਦੀ, ਕੁਛ ਕਹਿ ਨਹੀਂ ਸਕਦੀ, ਲੇਕਿਨ ਆਪਣੇ ਵਾਲ ਖੋਲ੍ਹ ਕੇ ਉਹ ਆਪਣਾ ਗੁੱਸਾ ਕੱਢ ਸਕਦੀ ਹੈ, ਠੀਕ ਹੈ, ਕੱਪੜੇ ਫਾੜ ਸਕਦੀ ਹੈ। ਕਿ ਜਿਨ੍ਹਾਂ ਦੇ ਅੰਦਰ ਇਹ ਵਾਲੇ ਸਿੰਪਟਮ ਆ ਰਹੇ ਹੋਣ ਤਾਂ ਉਹਨੂੰ ਕੋਈ ਕਿਸੇ ਰੂਪ 'ਚ, ਹੁਣ ਕਿਉਂਕਿ ਇਸ ਤਰ੍ਹਾਂ ਦੇ ਕਿਸੇ ਪਿੰਡ ਦੇ ਵਿੱਚ, ਈਵਨ ਸ਼ਹਿਰਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਅਗਰ ਇਸ ਤਰ੍ਹਾਂ ਦੇ ਸਿੰਪਟਮ ਆਉਂਦੇ ਨੇ ਤਾਂ ਉਹਨੂੰ ਕਈ ਵਾਰੀ ਕਿਸੇ ਭੂਤ ਪ੍ਰੇਤ ਵਾਲੇ ਸਿਸਟਮ ਨਾਲ ਜੋੜ ਕੇ ਦੇਖਿਆ ਜਾਂਦਾ, ਜਾਂ ਉਹਨੂੰ ਕਹਿੰਦੇ ਇਹਨੂੰ ਕਸਰ ਹੋ ਗਈ, ਠੀਕ ਹੈ, ਜਾਂ ਉਹਨੂੰ ਜਿਵੇਂ ਤੁਸੀਂ ਵਰਡ ਯੂਜ਼ ਕੀਤਾ ਸੀ ਚੌਂਕੀ ਆ ਗਈ, ਠੀਕ ਹੈ। ਤਾਂ ਉਹ ਇਸ ਤਰ੍ਹਾਂ ਰਿਲੇਟ ਕੀਤਾ ਜਾਂਦਾ ਹੈ। ਕੀ ਇਸ ਦਾ ਇਲਾਜ ਸਿਰਫ ਉਹੀ ਹੈ, ਜਾਂ ਫਿਰ ਇਹਦਾ ਇਲਾਜ ਹੈ ਹੀ ਨਹੀਂ, ਜਾਂ ਫਿਰ ਤੁਹਾਡੇ ਮੁਤਾਬਕ ਇਹਦਾ ਇਲਾਜ ਹੋ ਸਕਦਾ? ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ, ਅਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਵਰਿੰਦਰ ਸਿੰਘ ਭੁੱਲਰ ਅੱਜ ਇੱਕ ਅਜਿਹੀ ਵਿਚਾਰ ਚਰਚਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ, ਜਿਹੜੀ ਵਿਚਾਰ ਚਰਚਾ ਸਾਡੇ ਮੁਲਕ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਹੈ। ਇੱਕ ਅਜਿਹਾ ਵਿਸ਼ਾ ਜਿਹੜਾ ਕਿ ਅੱਜ ਵੀ ਬਹਿਸ ਦਾ ਵਿਸ਼ਾ ਬਣਿਆ ਹੋਇਆ, ਜਦ ਕਿ ਉਹਦੇ ਪਿੱਛੇ ਦੀ ਸਾਇੰਸ ਕੀ ਹੈ ਉਹ ਇੱਕ ਜਿਹੜੀ ਆ ਉਹ ਅੱਗੇ ਵੱਖਰੀ ਜਿਹੜੀ ਹੈ ਖੋਜ ਹੋ ਕੇ ਨਿਕਲ ਕੇ ਸਾਹਮਣੇ ਆ ਰਹੀ ਹੈ। ਉਸ ਨੂੰ ਮੰਨਣਾ ਨਾ ਮੰਨਣਾ ਜਿਹੜਾ ਉਹ ਸਮਾਜ ਦੇ ਉੱਤੇ ਛੱਡਿਆ ਹੋਇਆ, ਲੇਕਿਨ ਸਾਇੰਸ ਉਹਦੀ ਜਿਹੜੀ ਆ ਸਪਸ਼ਟ ਹੈਗੀ ਉਸ ਚੀਜ਼ ਦੇ ਬਾਰੇ। ਇੱਕ ਅਜਿਹਾ ਵਿਸ਼ਾ ਜਿਸ ਨੂੰ ਲੈ ਕੇ ਬਹੁਤ ਸਾਰੇ ਵਹਿਮ ਭਰਮ ਜਿਹੜੇ ਨੇ ਉਹ ਚੱਲੇ ਆ ਰਹੇ ਨੇ, ਬਹੁਤ ਸਾਰੇ ਵੱਡੇ ਵੱਡੇ ਬਿਜ਼ਨਸ ਚੱਲੇ ਆ ਰਹੇ ਨੇ, ਸਮਾਜਿਕ ਸੋਚਾਂ ਪਿੱਛੇ ਚੱਲੀਆਂ ਆ ਰਹੀਆਂ ਨੇ। ਉਹ ਇੱਕ ਅਜਿਹਾ ਵਿਸ਼ਾ ਜਿਹਦੇ ਕਰਕੇ ਬਹੁਤ ਸਾਰੇ ਲੋਕੀ ਟੁੱਟਣਾ ਚਾਹੁੰਦੇ ਨੇ ਅਤੇ ਬਹੁਤ ਸਾਰੇ ਲੋਕੀ ਜੋੜ ਕੇ ਰੱਖਣਾ ਚਾਹੁੰਦੇ ਨੇ। ਕੀ ਹੈ ਵਿਸ਼ਾ, ਆਪਾਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਆਪਾਂ ਅਕਸਰ ਬਹੁਤ ਸਾਰੀਆਂ ਵੀਡੀਓਜ਼ 'ਚ ਵੀ ਦੇਖਿਆ, ਜ਼ਿੰਦਗੀ ਦੇ ਵਿੱਚ ਵੀ ਦੇਖਿਆ, ਅਤੇ ਬਹੁਤ ਸਾਰਾ ਸੁਣਨ ਨੂੰ ਵੀ ਮਿਲਿਆ। ਹਿਸਟੀਰੀਆ ਇੱਕ ਅਜਿਹਾ ਦੌਰਾ ਹੁੰਦਾ ਜਿਹਦੇ ਵਿੱਚ ਇਨਸਾਨ ਹਿੰਸਾਤਮਕ ਵੀ ਹੋ ਜਾਂਦਾ, ਇਨਸਾਨ ਵਾਲ ਖੋਲ੍ਹ ਕੇ ਸਿਰ ਘੁਮਾਉਣਾ ਸ਼ੁਰੂ ਕਰ ਦਿੰਦਾ, ਇਨਸਾਨ ਪਾਗਲਾਂ ਵਾਲੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ, ਇਸ ਤਰ੍ਹਾਂ ਕਿਹਾ ਜਾ ਸਕਦਾ ਆਪਾਂ। ਅਤੇ ਪਿੰਡਾਂ ਦੇ ਵਿੱਚ ਉਹਨੂੰ ਇਹ ਕਿਹਾ ਜਾਂਦਾ ਵੀ ਇਹਨੂੰ ਦੌਰਾ ਪੈ ਗਿਆ, ਜਾਂ ਇਹਨੂੰ ਚੌਕੀ ਆ ਗਈ, ਜਾਂ ਇਹਨੂੰ ਬਹੁਤ ਉਹਦੇ ਨਾਮ ਰੱਖੇ ਹੋਏ ਨੇ। ਅਤੇ ਉਹਨੂੰ ਜਾਂ ਤਾਂ ਕਿਸੇ ਉਹ ਧੂਏ ਵਾਲੇ ਬਾਬੇ ਕੋਲ ਲੈ ਕੇ, ਜਿਹਦੇ ਮੋਰ ਫੰਗ ਲੈ ਕੇ ਬੈਠਾ ਹੋਇਆ ਚਿਮਟੇ ਵਾਲਾ, ਉਹਦੇ ਕੋਲ ਲੈ ਜਾਂਦੇ ਨੇ, ਜਾਂ ਫਿਰ ਉਹਨੂੰ ਕਿਸੇ ਧਾਰਮਿਕ ਸਥਾਨ 'ਤੇ ਲਿਜਾਇਆ ਜਾਂਦਾ, ਅਤੇ ਜਾਂ ਫਿਰ ਉਹਦੇ ਕੋਲ ਹੀ ਆ ਕੇ ਲੋਕ ਮੱਥਾ ਟੇਕਣ ਲੈ ਜਾਂਦੇ ਨੇ ਵੀ ਇਹ ਬਾਬਾ ਬਣ ਗਿਆ ਹੁਣ। ਅਤੇ ਕਹਾਣੀ ਉਹਦੇ ਪਿੱਛੇ ਦੀਆਂ ਬਹੁਤ ਸਾਰੀਆਂ ਨਿਕਲਦੀਆਂ ਨੇ। ਜਦੋਂ ਤਰਕਸ਼ੀਲ ਉਹਨਾਂ ਲੋਕਾਂ ਨੂੰ ਜਾ ਕੇ ਮਿਲਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਨੇ, ਅਤੇ ਪਿੱਛੋਂ ਨਿਕਲ ਕੇ ਸਾਹਮਣੇ ਆਉਂਦਾ ਵੀ ਇਹ ਹਿਸਟੀਰੀਆ ਦਾ ਦੌਰਾ ਸੀਗਾ, ਇਹਨੂੰ ਹੋਰ ਕੁਛ ਨਹੀਂ ਸੀ। ਜਾਂ ਫਿਰ ਇਹ ਆਪਣੀ ਇੰਟੈਂਸ਼ਨ ਖਿੱਚਣਾ ਚਾਹੁੰਦੀ ਸੀ, ਪਬਲਿਕ ਦੀ ਇੰਟੈਂਸ਼ਨ ਖਿੱਚਣਾ ਚਾਹੁੰਦੀ ਸੀ, ਘਰ ਵਾਲਿਆਂ ਦੀ ਇੰਟੈਂਸ਼ਨ ਖਿੱਚਣਾ ਚਾਹੁੰਦੇ ਸੀ, ਕਿਸੇ ਐਸੇ ਅਣਜਾਣ ਡਰ ਨੂੰ ਦੂਰ ਕਰਨਾ ਚਾਹੁੰਦੇ ਸੀ, ਜਾਂ ਬਹੁਤ ਦਬਾ ਕੇ ਰੱਖਿਆ ਹੋਇਆ ਸੀ, ਉਹਦੇ ਕਰਕੇ ਜਿਹੜਾ ਸਾਰਾ ਕੁਛ ਨਿਕਲ ਕੇ ਸਾਹਮਣੇ ਆਇਆ। ਲੇਕਿਨ ਸੱਚਾਈ ਇਹ ਹੈ ਕਿ ਇਹ ਸਦੀਆਂ ਤੋਂ ਸਾਡੇ ਦੇਸ਼ 'ਚ ਚੱਲਦਾ ਆ ਰਿਹਾ, ਅਤੇ ਅੱਗੇ ਵੀ ਚੱਲਦਾ ਸ਼ਾਇਦ ਰਹੇਗਾ। ਕੀ ਬਾਡੀ ਦੇ ਅੰਦਰ ਇਹੋ ਜਿਹਾ ਬਦਲਾਅ ਆਉਂਦਾ ਜਿਹੜਾ ਕਿ ਇੱਥੋਂ ਇਹ ਸ਼ੁਰੂਆਤ ਹੁੰਦੀ? ਇਹਦੀ ਸ਼ੁਰੂਆਤ ਕਿੱਥੋਂ ਹੁੰਦੀ? ਇਹਦਾ ਸ਼ੁਰੂਆਤ ਜਾਣੀ ਕਿਣਕਾ ਕਿੱਥੋਂ ਪੈਂਦਾ ਸਰੀਰ ਦੇ ਅੰਦਰ? ਇਹਦਾ ਕੁਲਵੰਤ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਇਹਦਾ ਨਾਮ ਹੈ ਹਿਸਟੀਰੀਆ, ਮੈਂ ਉਹਦੇ ਬਾਰੇ ਥੋੜ੍ਹਾ ਜਿਹਾ ਬਰੀਫ ਕਰਨਾ ਚਾਹੂੰਗਾ। ਹਿਸਟਰੀ ਕੀ ਹੈ? ਹਾਂ, ਆਪਾਂ ਨਾਮ ਸੁਣਿਆ ਹੋਏਗਾ ਹਿਸਟੈਕਟੋਮੀ। ਤਾਂ ਉਹਦੇ ਵਿੱਚ ਹਿਸਟਰ ਜਿਹੜਾ ਨਾਮ ਹੈ ਉਹ ਬੱਚੇਦਾਨੀ ਦਾ ਲਿਆ ਜਾਂਦਾ, ਔਰ ਇਹਦੇ ਨਾਲ ਇੱਕ ਜਿਹੜੇ ਰੋਮਨ ਲੋਕ ਸੀ ਉਹਨਾਂ ਦਾ ਇਹ ਮੰਨਣਾ ਸੀ, ਕਿਉਂਕਿ ਜਦੋਂ ਪ੍ਰੀ ਮੈਨੋਪੋਜ਼ ਪੀਰੀਅਡ ਆਉਂਦਾ ਹੈ ਜਾਂ ਆਫਟਰ ਮੈਨੋਪੋਜ਼ ਜਿਹੜੀਆਂ ਸਿੰਪਟਮਸ ਬਾਡੀ ਦਿੰਦੀ ਆ,
ਉਸ ਟਾਈਮ ਤੇ ਬਹੁਤ ਸਾਰੇ ਮੂਡ ਸਵਿੰਗ ਹੋਣਾ ਜਾਂ ਬਾਡੀ ਕਈ ਤਰੀਕੇ ਦੇ ਨਾਲ ਰਿਐਕਟ ਕਰਨ ਲੱਗ ਪੈਂਦੀ ਆ। ਤਾਂ ਕਿਉਂਕਿ ਪਹਿਲਾਂ ਇੰਨੀ ਸਾਇੰਸ ਐਡਵਾਂਸ ਨਹੀਂ ਸੀ, ਕੋਈ ਖੋਜ ਨਹੀਂ ਸੀ, ਤਾਂ ਰੋਮਨ ਲੋਕਾਂ ਦਾ ਮੰਨਣਾ ਹੁੰਦਾ ਸੀ ਕਿ ਉਦੋਂ ਅਗਰ ਕੋਈ ਮੂਡ ਸਵਿੰਗ ਹੁੰਦੇ ਨੇ, ਹਾਈਪਰ ਐਕਟੀਵਿਟੀ ਬਾਡੀਜ਼ ਹੁੰਦੀਆਂ ਨੇ, ਜਾਂ ਕੋਈ ਬਹੁਤ ਇੱਕ ਭਿਆਨਕ ਰੂਪ ਦੇ ਵਿੱਚ ਗੁੱਸਾ ਕਰਨ ਲੱਗ ਪੈਂਦੀ ਆ ਔਰਤ, ਜਾਂ ਮੇਲ ਦੇ ਵਿੱਚ ਵੀ ਇਹ ਹੁੰਦਾ। ਮੋਸਟਲੀ ਇਹ ਮੰਨਿਆ ਜਾਂਦਾ ਕਿ ਫੀਮੇਲ 'ਚ ਨਹੀਂ, ਮੇਲ ਦੇ ਵਿੱਚ ਵੀ ਇਹ ਹਿਸਟੀਰੀਆ ਦੀ ਸਮੱਸਿਆ ਪਾਈ ਜਾਂਦੀ ਹੈ। ਰੀਜ਼ਨ ਅਲੱਗ ਹੁੰਦੇ ਨੇ। ਤਾਂ ਉਸ ਟਾਈਮ 'ਤੇ ਉਹਨਾਂ ਰੋਮਨ ਲੋਕਾਂ ਦਾ ਇਹ ਮੰਨਣਾ ਸੀ ਕਿ ਜਿਹੜੀ ਬੱਚੇਦਾਨੀ ਆ ਉਹ ਪੇਟ 'ਚ ਘੁੰਮਣ ਲੱਗ ਪਈ ਹੈ। ਠੀਕ ਹੈ, ਇਹ ਉਹਨਾਂ ਦਾ ਇੱਕ ਵਹਿਮ ਭਰਮ ਲਗਾ ਲਓ। ਠੀਕ ਹੈ, ਤਾਂ ਉਹ ਕਹਿੰਦੇ ਜੀ ਉੱਥੋਂ ਫਿਰ ਹਿਸਟਰ ਮੀਨਸ ਬੱਚੇਦਾਨੀ। ਠੀਕ ਹੈ, ਤਾਂ ਹਿਸਟੀਰੀਆ ਨਾਮ ਇਹਦਾ ਪੈ ਗਿਆ। ਲੇਕਿਨ ਅੱਜ ਦੇ ਸਮੇਂ 'ਚ ਇਹਦਾ ਮੈਡੀਕਲੀ ਟਰਮ ਇਹਨੂੰ ਇੱਕ ਕਨਵਰਜ਼ਨ ਡਿਸਆਰਡਰ ਬੋਲਿਆ ਜਾਂਦਾ ਹੈ। ਕਨਵਰਜ਼ਨ ਡਿਸਆਰਡਰ ਦਾ ਮਤਲਬ ਇਹ ਹੈ ਕਿ ਜੋ ਮਨ ਦੇ ਹਾਲਾਤ ਨੇ, ਅੰਦਰਲੀ ਜਿਹੜੀ ਮਾਨਸਿਕਤਾ ਹੈ, ਉਹ ਫਿਜ਼ੀਕਲੀ ਰਿਐਕਸ਼ਨ 'ਚ ਕਨਵਰਟ ਹੋ ਗਈ। ਠੀਕ ਹੈ, ਉਹ ਕਿਉਂਕਿ ਪਹਿਲਾਂ ਔਰਤ ਦਾ ਜਿਹੜਾ ਜੀਵਨ ਰਿਹਾ ਉਹ ਕਾਫੀ ਦਬਾਅ ਵਾਲਾ ਭਰਿਆ ਰਿਹਾ। ਸਮਾਜ ਦੀਆਂ ਕਾਫੀ ਚੀਜ਼ਾਂ ਦਾ ਉਹਨੂੰ ਸਾਹਮਣਾ ਕਰਨਾ ਪਿਆ ਔਰ ਕਾਫੀ ਕੰਪਰੋਮਾਈਜ਼ ਕਰਕੇ ਉਹਨੂੰ ਜੀਵਨ ਜਿਉਣਾ ਪਿਆ। ਔਰ ਬਹੁਤ ਪਰਿਵਾਰਾਂ ਦੇ ਵਿੱਚ ਜਿਵੇਂ ਕਿ ਪਹਿਲਾਂ ਫੇਸ 'ਤੇ ਕੱਪੜਾ ਲੈ ਕੇ ਰੱਖਣਾ, ਜਿਹਨੂੰ ਘੁੰਡ ਕਹਿੰਦੇ ਆ ਆਪਾਂ, ਕਿਸੇ ਨਾਲ ਗੱਲ ਨਹੀਂ ਕਰ ਸਕਦੇ, ਜਾਂ ਹੋਰ ਪਰਦਾ ਸਿਸਟਮ ਜਾਂ ਸਤੀ ਪ੍ਰਥਾ ਵੀ ਕਹਿ ਸਕਦੇ ਹੋ, ਉਹ ਵੀ ਤਾਂ ਇੱਕ ਸੀ। ਠੀਕ ਹੈ, ਅਤੇ ਇਹ ਸਾਰੇ ਜਿਹੜਾ ਇੱਕ ਸੀ ਇਹਦੇ 'ਚ ਸ਼ੋਸ਼ਣ ਹੋਇਆ। ਤਾਂ ਇੱਕ ਮਾਨਸਿਕ ਦਬਾਅ 'ਚ ਬਹੁਤ ਰਹੀ ਆ ਔਰਤ। ਉਹ ਮਾਨਸਿਕ ਦਬਾਅ ਜਦੋਂ ਬਹੁਤ ਜ਼ਿਆਦਾ ਲੈਵਲ 'ਤੇ ਆ ਜਾਂਦਾ ਹੈ ਤਾਂ ਫਿਰ ਉਹ ਫਿਜ਼ੀਕਲੀ ਰਿਐਕਸ਼ਨ 'ਚ ਕਨਵਰਟ ਹੋ ਜਾਂਦਾ ਹੈ। ਮਤਲਬ ਜੋ ਮਨ ਦੇ ਹਾਵ ਭਾਵ ਨੇ ਉਹ ਸਰੀਰਕ ਰੂਪ 'ਚ ਬਾਹਰ ਆ ਗਏ। ਉਹ ਇਹ ਲਗਾ ਲਓ ਕਿ ਉਹ ਮੰਨ ਲਓ ਇਹਨੂੰ ਛੋਟੀ ਜੀ ਸਟੋਰੀ ਦੇ ਨਾਲ ਸਮਝਾਊਂਗਾ ਤਾਂ ਜਲਦੀ ਸਮਝ ਲੱਗ ਜਾਏਗਾ ਸਾਰਿਆਂ ਨੂੰ। ਅੱਛਾ, ਇਹ ਜ਼ਰੂਰੀ ਨਹੀਂ ਕਿ ਉਦੋਂ, ਅੱਜ ਵੀ ਇਹ ਚੀਜ਼ਾਂ ਹੁੰਦੀਆਂ ਨੇ ਔਰ ਮੇਲ ਫੀਮੇਲ ਸਾਰਿਆਂ 'ਚ ਹੀ ਹੁੰਦੀਆਂ ਨੇ। ਮੰਨ ਲਓ ਕਿ ਉਹਨੂੰ ਡੇਲੀ ਉਹਦੇ ਸਾਰੇ ਪਰਿਵਾਰਕ ਮੈਂਬਰ ਗਲਤ ਬੋਲਦੇ ਨੇ ਜਾਂ ਝਿੜਕਦੇ ਨੇ ਜਾਂ ਗੁੱਸੇ 'ਚ ਹੀ ਗੱਲ ਕਰਦੇ ਨੇ, ਪਿਆਰ ਨਾਲ ਉਹਨੂੰ ਕਦੀ ਕਿਸੇ ਨੇ ਸੰਬੋਧਿਤ ਨਹੀਂ ਕੀਤਾ, ਔਰ ਮੰਨ ਲਓ ਇਹ ਚੀਜ਼ ਬੜੇ ਲੰਬੇ ਸਾਲਾਂ ਤੋਂ ਹੋ ਰਹੀ ਹੈ ਇੱਕ ਉਸ ਪਰਿਵਾਰ ਦੇ ਵਿੱਚ ਰਹਿੰਦੇ ਹੋਏ, ਤਾਂ ਕਿਤੇ ਨਾ ਕਿਤੇ ਉਹ ਈਰਖਾ ਦੇ ਨਾਲ ਖੁਦ ਵੀ ਭਰ ਰਹੀ ਹੁੰਦੀ ਹੈ। ਤਾਂ ਉਹਦੇ ਅੰਦਰ ਵੀ ਇੱਕ ਨੈਗੇਟਿਵ ਵਿਚਾਰ ਜਾਂ ਹੀਣ ਭਾਵਨਾ ਭਰ ਜਾਂਦੀ, ਲੇਕਿਨ ਉਹ ਚਾਹ ਕੇ ਵੀ ਕਿਸੇ ਨੂੰ ਕੁਛ ਨਹੀਂ ਕਰ ਸਕਦੀ, ਨਾ ਮਾਰ ਸਕਦੀ ਹੈ, ਨਾ ਕੋਈ ਬੋਲ ਸਕਦੀ ਹੈ। ਠੀਕ ਹੈ, ਤਾਂ ਉਸ ਚੀਜ਼ ਨੂੰ ਜਦੋਂ ਉਹ ਬਰਦਾਸ਼ਤ ਤੋਂ ਬਾਹਰ ਚਲੇ ਜਾਂਦੀ ਹੈ ਤਾਂ ਫਿਰ ਉਹ ਫਿਜ਼ੀਕਲੀ ਇੱਕ ਰਿਐਕਸ਼ਨ 'ਚ ਕਨਵਰਟ ਹੋ ਜਾਂਦੀ ਹੈ। ਮੀਨਸ ਉਹ ਸਾਹਮਣੇ ਵਾਲੇ ਨੂੰ ਮਾਰ ਨਹੀਂ ਸਕਦੀ, ਕੁਛ ਕਹਿ ਨਹੀਂ ਸਕਦੀ, ਲੇਕਿਨ ਆਪਣੇ ਵਾਲ ਖੋਲ੍ਹ ਕੇ ਉਹ ਆਪਣਾ ਗੁੱਸਾ ਕੱਢ ਸਕਦੀ ਹੈ। ਠੀਕ ਹੈ, ਕੱਪੜੇ ਫਾੜ ਸਕਦੀ ਹੈ। ਠੀਕ ਹੈ, ਜਾਂ ਚੀਖ ਸਕਦੀ ਹੈ। ਤਾਂ ਅੰਦਰਲੀ ਜਿਹੜੀ ਫਰਸਟ੍ਰੇਸ਼ਨ ਆ ਉਹ ਬਾਹਰ ਆ ਰਹੀ ਆ। ਤਾਂ ਦੂਸਰਾ ਇਹ ਹੈਗਾ ਇਹਦੇ ਵਿੱਚ, ਜਾਂ ਉਸ ਪਰਿਵਾਰ ਦੇ ਵਿੱਚ ਉਹਨੂੰ ਇੰਪੋਰਟੈਂਸ ਨਹੀਂ ਦਿੱਤੀ ਜਾ ਰਹੀ, ਤਾਂ ਉਹ ਵੀ ਉਹਦੀ ਇੱਕ ਮਾਨਸਿਕ ਅਵਸਥਾ ਨੂੰ ਵਿਗਾੜ ਪੈਦਾ ਕਰਦੀ ਹੈ। ਉਹਦੀ ਇੱਕ ਵੈਲਿਊ ਉਸ ਫੈਮਿਲੀ 'ਚ ਨਹੀਂ ਬਣਦੀ, ਉਹ ਵੀ ਉਹਨੂੰ ਇੱਕ ਫਰਸਟ੍ਰੇਟ ਕਰਦੀ ਹੈ ਗੱਲਾਂ। ਤਾਂ ਉਹਦੇ ਲਈ ਉਸ ਪਰਿਵਾਰ ਦੀ ਇੰਟੈਂਸ਼ਨ ਆਪਣੇ ਵੱਲ ਖਿੱਚਣ ਲਈ ਵੀ ਬਾਡੀ ਦੇ ਉਹ ਹਾਵ ਭਾਵ, ਬਾਡੀ ਦੀ ਉਹ ਮਾਨਸਿਕ ਜਿਹੜੀ ਦਸ਼ਾ ਹੈ ਉਹ ਫਿਜ਼ੀਕਲੀ ਰਿਐਕਸ਼ਨ 'ਚ ਕਨਵਰਟ ਹੋ ਜਾਂਦੀ ਹੈ। ਠੀਕ ਹੈ, ਸੋ ਇਹ ਹਿਸਟੀਰੀਆ ਮੀਨਸ ਕਨਵਰਜ਼ਨ ਡਿਸਆਰਡਰ ਦਾ ਜਿਹੜਾ ਰੋਗ ਹੈ, ਇਸ ਰੂਪ ਦੇ ਵਿੱਚ ਇਹਦੇ ਸਿੰਪਟਮ ਪਾਏ ਜਾਂਦੇ ਨੇ। ਮੇਲ ਦੇ ਵਿੱਚ ਵੀ ਇਹਦੇ ਕਾਰਨ ਇਸੇ ਤਰ੍ਹਾਂ ਹੀ ਆ, ਲੇਕਿਨ ਥੋੜ੍ਹਾ ਜਿਹਾ ਵੇਰੀਏਸ਼ਨ ਇਹ ਆ ਜਾਂਦਾ। ਫੋਰ ਐਗਜ਼ਾਮਪਲ ਕਿ ਅਗਰ ਕਿਸੇ ਕੋਈ ਬਹੁਤ ਹਾਈ ਡਰਿੰਕ ਕਰਦਾ ਹੈ ਤਾਂ ਉਸ ਤੋਂ ਬਾਅਦ ਉਹਨੇ ਸ਼ਰਾਬ ਨੂੰ ਛੱਡਣਾ ਹੈ, ਤਾਂ ਉਸ ਟਾਈਮ 'ਤੇ ਬਾਡੀ ਦੇ ਅੰਦਰ ਜਿਹੜੇ ਹਾਵ ਭਾਵ ਹੁੰਦੇ ਨੇ ਤਾਂ ਕਈ ਵਾਰੀ ਬਾਡੀ ਬੈਲੈਂਸ ਨਹੀਂ ਕਰ ਪਾਉਂਦੀ, ਤਾਂ ਉਸ ਤੋਂ ਬਾਅਦ ਬਹੁਤ ਜ਼ਿਆਦਾ ਗੁੱਸਾ ਆਉਣਾ, ਚਿੜਚਿੜਾਪਨ ਆ ਜਾਣਾ। ਠੀਕ ਹੈ, ਔਰ ਬੇਹੋਸ਼ ਹੋ ਜਾਣਾ। ਤਾਂ ਇਹ ਵੀ ਇੱਕ ਹਿਸਟੀਰੀਆ ਦੇ ਸਿੰਪਟਮ ਦੇ ਅੰਡਰ ਚੀਜ਼ਾਂ ਆ ਜਾਂਦੀਆਂ ਨੇ। ਸੋ ਸਿੰਪਟਮ ਇਹਦੇ ਕਈ ਤਰ੍ਹਾਂ ਦੇ ਨੇ, ਲੇਕਿਨ ਕਈ ਵਾਰੀ ਕੀ ਹੁੰਦਾ ਕਿ ਇਹਨੂੰ ਬਹੁਤ ਸਾਰੇ ਲੋਕ ਐਪੀਲੈਪਸੀ ਨਾਲ ਰਿਲੇਟ ਕਰ ਦਿੰਦੇ ਨੇ, ਮਿਰਗੀ ਦੇ ਨਾਲ ਰਿਲੇਟ ਕਰ ਦਿੰਦੇ ਨੇ। ਲੇਕਿਨ ਮੈਂ ਚੀਜ਼ ਦਰਸ਼ਕਾਂ ਨੂੰ ਕਲੀਅਰ ਕਰਨਾ ਚਾਹੂੰਗਾ ਕਿ ਮਿਰਗੀ ਦੇ ਜਿਹੜੇ ਸਿੰਪਟਮ ਨੇ ਉਹ ਥੋੜ੍ਹੇ ਜਿਹੇ ਡਿਫਰੈਂਟ ਹੁੰਦੇ। ਮੀਨਸ ਉਹਦੇ ਅੰਦਰ ਹੱਥਾਂ ਦਾ ਟੇਢੇ ਹੋ ਜਾਣਾ, ਠੀਕ ਹੈ, ਮੂੰਹ ਦਾ ਵਿਗੜ ਜਾਣਾ, ਮੂੰਹ 'ਚ ਝੱਗ ਦਾ ਆ ਜਾਣਾ, ਇਹ ਸਿੰਪਟਮ ਨੇ। ਅਗਰ ਇਹ ਪੇਸ਼ੈਂਟ ਨੂੰ ਕੋਈ ਦੌਰਾ ਪੈ ਰਿਹਾ, ਉਹ ਡਿੱਗ ਗਿਆ ਬੇਹੋਸ਼ ਹੋ ਕੇ, ਤਾਂ ਉੱਥੇ ਜੇ ਦੇਖੋ ਕਿ ਫਿਜ਼ੀਕਲੀ ਜਿਹੜੇ ਅੰਗ ਨੇ ਉਹਦੇ ਅੰਦਰ ਕੋਈ ਮੂਵਮੈਂਟ ਤਾਂ ਨਹੀਂ ਆਈ। ਅਗਰ ਨਹੀਂ ਆਈ ਹੈਗੀ ਤਾਂ ਉਹ ਹਿਸਟੀਰੀਆ ਦਾ ਦੌਰਾ ਹੋ ਸਕਦਾ। ਠੀਕ ਆ, ਉਹ ਕਨਵਰਜ਼ਨ ਡਿਸਆਰਡਰ ਦੀ ਸਮੱਸਿਆ ਹੋ ਸਕਦੀ ਹੈਗੀ ਆ। ਬਾਕੀ ਜਦੋਂ ਤੁਸੀਂ ਕਿਸੇ ਡਾਕਟਰ ਨਾਲ ਕੰਸਲਟ ਕਰੋਗੇ ਤਾਂ ਉਹ ਸਹੀ ਡਾਇਗਨੋਸ ਕਰਕੇ ਇਹਨੂੰ ਕਲੀਅਰ ਕਰਦਾ ਹੈ। ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਬਹੁਤ ਸਾਰੇ ਅੱਜ
ਕੋਵਿਡ ਕਾਲ ਤੋਂ ਬਾਅਦ ਡਿਪਰੈਸ਼ਨ ਵਧਿਆ, ਸਟ੍ਰੈਸ ਵਧੀ ਹੈ, ਕਾਰੋਬਾਰ ਲੋਕਾਂ ਦੇ ਡਾਊਨ ਗਏ ਨੇ, ਠੀਕ ਹੈ। ਔਰ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੇ, ਆਪਾਂ ਨਿਊਜ਼ 'ਚ ਵੀ ਸੁਣਦੇ ਹਾਂ, ਸੁਸਾਈਡ ਕਰਨ ਦੀ ਕੋਸ਼ਿਸ਼ ਵੀ ਕੀਤੀ, ਕਈਆਂ ਨੇ ਕਰ ਲਈ। ਤਾਂ ਉਸ ਟਾਈਮ 'ਤੇ ਬਹੁਤ ਸਾਰੇ ਫੈਮਿਲੀ ਦੇ ਵਿੱਚ ਇਸ ਤਰ੍ਹਾਂ ਦੇ ਮੈਂਬਰ ਹੋ ਸਕਦਾ ਹੈ ਕਿ ਜਿਨ੍ਹਾਂ ਦੇ ਅੰਦਰ ਇਹ ਵਾਲੇ ਸਿੰਪਟਮ ਆ ਰਹੇ ਹੋਣ, ਤਾਂ ਉਹਨੂੰ ਕੋਈ ਕਿਸੇ ਰੂਪ 'ਚ, ਹੁਣ ਕਿਉਂਕਿ ਇਸ ਤਰ੍ਹਾਂ ਦੇ ਕਿਸੇ ਪਿੰਡ ਦੇ ਵਿੱਚ, ਈਵਨ ਸ਼ਹਿਰਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਅਗਰ ਇਸ ਤਰ੍ਹਾਂ ਦੇ ਸਿੰਪਟਮ ਆਉਂਦੇ ਨੇ ਤਾਂ ਉਹਨੂੰ ਕਈ ਵਾਰੀ ਕਿਸੇ ਭੂਤ ਪ੍ਰੇਤ ਵਾਲੇ ਸਿਸਟਮ ਨਾਲ ਜੋੜ ਕੇ ਦੇਖਿਆ ਜਾਂਦਾ, ਜਾਂ ਉਹਨੂੰ ਕਹਿੰਦੇ ਇਹਨੂੰ ਕਸਰ ਹੋ ਗਈ, ਠੀਕ ਹੈ, ਜਾਂ ਉਹਨੂੰ ਜਿਵੇਂ ਤੁਸੀਂ ਇੱਕ ਵਰਡ ਯੂਜ਼ ਕੀਤਾ ਸੀ, ਚੌਂਕੀ ਆ ਗਈ, ਠੀਕ ਹੈ। ਤਾਂ ਉਹ ਇਸ ਤਰ੍ਹਾਂ ਰਿਲੇਟ ਕੀਤਾ ਜਾਂਦਾ, ਠੀਕ ਹੈ। ਤਾਂ ਉਹ ਫਿਰ ਇੱਕ ਰਸਤਾ ਹੋਰ ਨਿਕਲ ਜਾਂਦਾ, ਹੋਰ ਸਾਈਡ ਨੂੰ ਨਿਕਲ ਜਾਂਦਾ। ਪਰ ਜਿਹੜੀ ਸਹੀ ਉਹਦੀ ਜੜ ਤੱਕ ਆਪਾਂ ਜਾਵਾਂਗੇ, ਉਹ ਕੋਈ ਨਾ ਕੋਈ ਉਹਦੀ ਮਾਨਸਿਕ ਅਵਸਥਾ ਹੁੰਦੀ ਹੈ, ਕੋਈ ਨਾ ਕੋਈ ਉਹਦੀ ਮਨ ਦੇ ਉਹ ਹਾਲਾਤ ਹੁੰਦੇ ਨੇ ਜਿਹਨੂੰ ਬੜੇ ਸਾਲਾਂ ਤੋਂ ਉਹ ਦੱਬੇ ਹੁੰਦੇ ਨੇ, ਜਿਹੜੇ ਕਿ ਬਾਹਰ ਨਹੀਂ ਆ ਰਹੇ, ਅਤੇ ਉਹਨਾਂ ਦਾ ਕੋਈ ਹੱਲ ਵੀ ਨਹੀਂ ਦੇਣ ਲਈ ਤਿਆਰ ਹੁੰਦਾ। ਮੀਨਜ਼ ਸਮੱਸਿਆ ਤਾਂ ਸਭ ਦੇ ਕੋਲ ਹੀ ਆ, ਪਰ ਕੁਝ ਲੋਕਾਂ ਨੂੰ ਉਹਦਾ ਹੱਲ ਮਿਲ ਜਾਂਦਾ, ਜਾਂ ਉਹਦਾ ਦੁੱਖ ਸੁਣਨ ਵਾਲਾ ਕੋਈ ਮਿਲ ਜਾਂਦਾ। ਕਈ ਵਾਰੀ ਉਹ ਦੁੱਖ ਸੁਣਨ ਵਾਲਾ ਵੀ ਨਹੀਂ ਮਿਲਦਾ, ਅਤੇ ਉਹਨੂੰ ਅੰਦਰ ਦਬਾ ਕੇ ਐਟ ਦਾ ਐਂਡ ਇੱਕ ਬਲਾਸਟ ਕਰ ਜਾਂਦੀ ਹੈ, ਉਹ ਜਿਹਦੇ ਵਿੱਚ ਇਸ ਤਰ੍ਹਾਂ ਦੇ ਰੋਗ, ਹਿਸਟੀਰੀਆ ਕਹਿ ਲਓ, ਕਨਵਰਜਨ ਡਿਸਆਰਡਰ ਕਹਿ ਲਓ, ਇਹ ਬਣ ਕੇ ਬਾਹਰ ਆ ਜਾਂਦੇ ਨੇ। ਇਹ ਡਿਸਆਰਡਰ ਬਣ ਕੇ ਬਾਹਰ ਆ ਜਾਂਦੇ ਨੇ, ਬਹੁਤ ਡਿਸਆਰਡਰ ਬਣ ਕੇ ਬਾਹਰ ਆ ਗਿਆ। ਹਰੇਕ ਡਿਸਆਰਡਰ, ਕੋਈ ਵੀ ਬ੍ਰੇਨ ਡਿਸਆਰਡਰ ਹੈ, ਚਾਹੇ ਬੋਡੀ ਦਾ ਕਿਸੇ ਅੰਗ ਦਾ ਵੀ ਡਿਸਆਰਡਰ ਹੈਗਾ, ਉਹ ਜਦੋਂ ਵੀ ਆਉਂਦਾ ਹੈ ਤਾਂ ਉਹਦਾ ਕਿਤੇ ਨਾ ਕਿਤੇ ਕੋਈ ਇਲਾਜ ਹੁੰਦਾ। ਲੇਕਿਨ ਆਪਾਂ ਦੇਖਿਆ ਜਾਵੇ ਮਾਡਰਨ ਮੈਡੀਕਲ ਸਿਸਟਮ ਦੇ ਵਿੱਚ ਜਿਹੜਾ ਉਹ ਇਲਾਜ ਹੈਗਾ, ਦਵਾਈਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਨੀਂਦ ਆਉਂਦੀ ਹੈ ਅਤੇ ਦਿਮਾਗ ਨੂੰ ਰੈਸਟ ਦੇਣ ਦਾ ਹੀ ਇੱਕ ਰਿਵਾਜ਼ ਚੱਲਿਆ ਹੋਇਆ, ਜਾਂ ਇਹ ਕਹਿ ਸਕਦੇ ਹਾਂ ਵੀ ਉਸ ਉੱਦਾਂ ਦੀ ਹੀ ਪੱਧਤੀ ਦੇ ਨਾਲ ਇਲਾਜ ਕਰਨ ਦਾ ਸਿਸਟਮ ਹੈਗਾ। ਕੀ ਇਸ ਦਾ ਇਲਾਜ ਸਿਰਫ ਉਹੀ ਹੈ, ਜਾਂ ਫਿਰ ਇਹਦਾ ਇਲਾਜ ਹੈ ਹੀ ਨਹੀਂ, ਜਾਂ ਫਿਰ ਤੁਹਾਡੇ ਮੁਤਾਬਕ ਇਹਦਾ ਇਲਾਜ ਹੋ ਸਕਦਾ? ਨਹੀਂ, ਦੇਖੋ, ਬਿਲਕੁਲ ਇਹਦਾ ਇਲਾਜ ਤਾਂ ਹੋ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਰੂਟ ਵੱਲ ਜਾਈਏ, ਅਤੇ ਇਹਦੇ ਕਾਜ਼ ਵੱਲ ਜਾਈਏ, ਕਾਰਨ ਵੱਲ ਜਾਈਏ, ਜੜ ਵੱਲ। ਤਾਂ ਉਹ ਕੋਈ ਕਿਸੇ ਫੂਡ ਦੀ ਡੈਫੀਸ਼ੀਐਂਸੀ ਨਹੀਂ ਹੈ ਇਸ ਰੋਗ ਦੇ ਵਿੱਚ, ਹਾਰਮੋਨਲ ਡੈਫੀਸ਼ੀਐਂਸੀ ਤਾਂ ਹੈ। ਉਹ ਡਿਊ ਟੂ ਜਦੋਂ ਸਟ੍ਰੈਸ ਜਾਂ ਕੋਈ ਤੁਸੀਂ ਦਬਾਅ 'ਚ ਰਹਿੰਦੇ ਹੋ, ਤਾਂ ਉਹ ਬੋਡੀ ਦੇ ਅੰਦਰ ਰਸ ਪ੍ਰਣਾਲੀ ਬਦਲ ਜਾਂਦੀ ਹੈ, ਠੀਕ ਹੈ। ਉਹਦੇ ਕਰਕੇ ਆ। ਤਾਂ ਉਹ ਇਹਦੇ 'ਚ ਜਿਹੜੀ ਜੜ ਸਾਹਮਣੇ ਆਏਗੀ, ਉਹ ਆਏਗੀ ਕਿ ਉਸ ਇਨਸਾਨ ਦੀ ਜਿਹੜੀ ਮਾਨਸਿਕ ਅਵਸਥਾ ਵਿਗੜੀ ਹੋਈ ਹੈ, ਉਹ ਜਾਂ ਤਾਂ ਕਿਸੇ ਕਲੇਸ਼ ਕਰਕੇ ਵਿਗੜੀ ਹੈ, ਜਾਂ ਉਹਨੂੰ ਇੰਪੋਰਟੈਂਸ ਨਾ ਦੇਣ ਕਰਕੇ ਵਿਗੜੀ ਹੈ, ਜਾਂ ਉਹਦੀ ਕੋਈ ਨਾ ਮੰਨਣ ਕਰਕੇ ਵਿਗੜੀ ਹੈ, ਮਹੱਤਵਕਾਂਸ਼ਾ ਹੈਗੀ। ਹਾਂ, ਤਾਂ ਉਹਦੇ ਕੋਈ ਨਾ ਕੋਈ ਇੰਟਰਸਟ ਹੈ ਜਿਹੜਾ ਉਹਦਾ ਪੂਰਾ ਨਹੀਂ ਹੋ ਰਿਹਾ, ਅਤੇ ਉਹਨੂੰ ਵਾਰ-ਵਾਰ ਉਹ ਚੀਜ਼ ਤੰਗ ਕਰ ਰਹੀ ਹੈ, ਮੇਰਾ ਕਿਉਂ ਨਹੀਂ ਹੋ ਰਿਹਾ, ਮੇਰੇ ਨਾਲ ਹੀ ਕਿਉਂ ਹੋ ਰਿਹਾ, ਇਸ ਪਰਿਵਾਰ 'ਚ ਮੇਰੇ ਨਾਲ ਹੀ ਕਿਉਂ ਵਿਤਕਰਾ ਕੀਤਾ ਜਾ ਰਿਹਾ। ਔਰ ਇਹ ਵਾਲੀ ਸਮੱਸਿਆ ਫੀਮੇਲ 'ਚ ਵੀ ਆ ਸਕਦੀ ਹੈ, ਮੇਲ 'ਚ ਵੀ ਆ ਸਕਦੀ ਹੈ, ਠੀਕ ਹੈ। ਤਾਂ ਉਹ ਫਿਰ ਇਹ ਚੀਜ਼ ਕਾਉਂਸਲਿੰਗ ਦਾ ਪਾਰਟ ਆ ਗਈ, ਠੀਕ ਹੈ। ਤਾਂ ਉਹਦੇ ਨਾਲ ਅਗਰ ਬੈਠ ਕੇ ਕਾਉਂਸਲਿੰਗ ਕੀਤੀ ਜਾਵੇ, ਉਹਦੀ ਸਮੱਸਿਆ ਨੂੰ ਪ੍ਰੋਪਰ ਸੁਣਿਆ ਜਾਵੇ, ਤਾਂ ਤੁਹਾਨੂੰ ਹੱਲ ਵੀ ਉਹਦੀਆਂ ਗੱਲਾਂ 'ਚ ਹੀ ਮਿਲ ਜਾਣਾ ਵੀ ਇਹਦਾ ਇਹੀ ਸਹੀ ਹੱਲ ਇਸ ਰੂਪ 'ਚ ਇਹ ਡਿਮਾਂਡ ਕਰ ਰਹੀ ਹੈ ਬੋਡੀ। ਪਹਿਲਾ ਆ ਗਿਆ ਕਾਉਂਸਲਿੰਗ। ਸੈਕੰਡਲੀ, ਡਿਪਰੈਸ਼ਨ ਦੀ ਵਜ੍ਹਾ ਨਾਲ ਜੋ ਅੰਦਰ ਹਾਰਮੋਨਲ ਚੇਂਜਸ ਆਏ ਹੁੰਦੇ ਨੇ, ਜਿਹੜਾ ਆਪਣੇ ਅੰਦਰ ਰਸ ਪ੍ਰਣਾਲੀ ਦੇ ਵਿੱਚ ਸਮੱਸਿਆਵਾਂ ਆਈਆਂ ਹੁੰਦੀਆਂ ਨੇ, ਉਹਨੂੰ ਫਿਰ ਆਪਾਂ ਜੋ ਨੈਚੁਰਲੀ ਟਰੀਟਮੈਂਟ ਆ ਉਹਨਾਂ ਦੇ ਨਾਲ ਠੀਕ ਕਰ ਸਕਦੇ ਹੈਗੇ ਆ। ਬਹੁਤ ਹਾਈਪਰ ਕੰਡੀਸ਼ਨ ਹੈਗੀ ਆ, ਮੀਨਜ਼ ਬਹੁਤ ਸਟ੍ਰੈਸ। ਹੁਣ ਇੱਕ ਚੀਜ਼ ਇਹਦੇ 'ਚੋਂ ਹੋਰ ਮੈਨੂੰ ਯਾਦ ਆ ਗਈ, ਮੀਨਜ਼ ਕੋਈ ਇਨਸਾਨ ਸਟ੍ਰੈਸ 'ਚ ਹੈ, ਉਹਦਾ ਰੋਣ ਨੂੰ ਮਨ ਕਰਦਾ ਲੇਕਿਨ ਉਹ ਰੋਂਦਾ ਨਹੀਂ, ਤਾਂ ਉੱਥੇ ਉਹਦਾ ਥਾਇਰਾਇਡ ਵਿਗੜ ਜਾਂਦਾ, ਠੀਕ ਹੈ। ਤਾਂ ਉਹ ਚੀਜ਼ ਉਹਦੇ ਥਾਇਰਾਇਡ ਗਲੈਂਡ ਦੇ ਉੱਪਰ ਆ ਗਈ, ਦੈਨ ਉਹਦੀ ਸਕਿਨ 'ਤੇ ਚਲੇਗੀ, ਸਕਿਨ ਡਰਾਈ ਹੋ ਜਾਏਗੀ, ਵਾਲ ਝੜਨ ਲੱਗ ਪੈਣਗੇ, ਯਾਦ ਸ਼ਕਤੀ ਕਮਜ਼ੋਰ ਹੋ ਜਾਏਗੀ, ਨੀਂਦ ਆਉਣੀ ਬੰਦ ਹੋ ਜਾਏਗੀ, ਇਹ ਸਮੱਸਿਆ ਆਉਣ ਲੱਗ ਪਈਆਂ, ਹੱਡੀ ਉਹਦੀ ਕਮਜ਼ੋਰ ਹੋਣ ਲੱਗ ਪਏਗੀ। ਤਾਂ ਕਿੱਥੋਂ ਦੀ ਕਿੱਥੇ ਚਲੇਗੀ ਚੀਜ਼, ਠੀਕ ਹੈ। ਤਾਂ ਉਹ ਜਦੋਂ ਆਪਾਂ ਉਸ ਚੀਜ਼ ਨੂੰ ਡਾਇਗਨੋਸ ਕਰਾਂਗੇ ਤਾਂ ਆਪਾਂ ਨੂੰ ਉਹਦੀ ਜੜ ਦਾ ਪਤਾ ਲੱਗੇਗਾ। ਤਾਂ ਹੁਣ ਇਹਦੇ 'ਚ ਸਾਹਮਣੇ ਕੀ ਆ ਜਾਂਦਾ ਜੀ, ਸਟ੍ਰੈਸ ਹੈ। ਜਿਵੇਂ ਫੋਰਨ ਤੋਂ ਬਹੁਤ ਸਾਰੇ ਪੇਸ਼ੈਂਟ ਜੋ ਸਾਡੇ ਨਾਲ ਜੁੜਦੇ ਨੇ ਔਨਲਾਈਨ ਕਲਾਸ ਦੇ ਵਿੱਚ, ਤਾਂ ਜਿਹੜੇ ਖਾਸ ਕਰ ਡਿਪਰੈਸ਼ਨ ਵਾਲੇ ਨੇ, ਜਾਂ ਇੰਡੀਆ ਦੇ ਵਿੱਚ ਵੀ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਨੇ, ਤਾਂ ਅਸੀਂ ਉਹਨਾਂ ਨੂੰ ਇੱਕ ਚੀਜ਼ ਜ਼ਰੂਰ ਪੁੱਛਦੇ ਹਾਂ, ਡਿਪਰੈਸ਼ਨ ਸਟ੍ਰੈਸ ਵਾਲੇ ਪੇਸ਼ੈਂਟ ਨੂੰ, ਜਿਹੜੇ ਜਾਂ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਵੀ ਅਸੀਂ ਪੁੱਛਦੇ ਹਾਂ ਕਿ ਤੁਹਾਡਾ ਰੋਣ ਨੂੰ ਮਨ ਕਰਦਾ ਹੈ? ਉਹ ਕਹਿੰਦੀ ਕਰਦਾ ਹੈ। ਮੈਂ ਕਿਹਾ ਰੋਂਦੇ ਹੋ? ਕਹਿੰਦੇ ਨਹੀਂ। ਮੈਂ ਕਿਹਾ ਰੋਇਆ ਕਰੋ, ਰੋਣਾ ਸ਼ੁਰੂ ਕਰੋ, ਤਾਂ ਬੋਡੀ ਦੇ ਦੀ ਜਿਹੜੀ ਡਿਮਾਂਡ ਉਹਨੂੰ ਪੂਰੀ ਕਰ ਦਿਓ, ਤਾਂ ਅਗਲੀ ਵਾਰੀ ਰੋਣਾ ਹੋਰ ਘੱਟ ਹੋ ਜਾਏਗਾ, ਉਸ ਤੋਂ ਅਗਲੀ ਵਾਰੀ ਹੋਰ ਘੱਟ ਹੋ ਜਾਏਗਾ, ਹੌਲੀ ਹੌਲੀ ਬੈਲੈਂਸ ਹੋ ਜਾਏਗਾ। ਜੇ ਦਬਾਓਗੇ ਤਾਂ ਇਹਨੇ ਇੱਕ ਭਿਆਨਕ ਬਲਾਸਟ ਕਰਕੇ ਬਾਹਰ ਆ ਜਾਣਾ। ਤਾਂ ਸੇਮ ਇਸ ਤਰ੍ਹਾਂ ਦਾ ਹੀ ਇਹ ਰੋਗ ਹੈ, ਹਿਸਟੀਰੀਆ ਕਨਵਰਜਨ ਡਿਸਆਰਡਰ। ਇਸੇ ਤਰ੍ਹਾਂ ਦਾ ਰੋਗ ਆ ਇਹ। ਤਾਂ ਤੁਸੀਂ ਦੱਸਤਾ ਵੀ ਆਪਾਂ ਇਹਨੂੰ
ਕੰਸਲਟੈਂਸੀ ਦੇ ਨਾਲ ਇੱਕ ਉਸ ਦੀ ਜਿਹੜੀ ਆ ਉਸ ਦਾ ਬ੍ਰੇਨ ਵਾਸ਼ ਕਰਕੇ ਉਸ ਦੇ ਨਾਲ ਜਿਹੜਾ ਉਹਨੂੰ ਜਿਹੜੀ ਆ ਉਹਨੂੰ ਸਲਾਹ ਕਰਕੇ ਆ ਉਹਦੇ ਨਾਲ ਗੱਲਬਾਤ ਕਰਕੇ ਉਹਦੇ ਅੰਦਰੋਂ ਉਹਦਾ ਦੁੱਖ ਬਾਹਰ ਕੱਢਿਆ ਜਾਵੇ ਅਤੇ ਫਿਰ ਉਹਨੂੰ ਜਿਹੜਾ ਉਹਦਾ ਹੱਲ ਦਿੱਤਾ ਜਾਵੇ। ਕੀ ਮੈਡੀਸਨਸ ਦੇ ਵਿੱਚ ਜਾਂ ਫਿਰ ਆਪਣੀ ਰਸੋਈ ਦੇ ਵਿੱਚ ਕੁਝ ਅਜਿਹਾ ਪਿਆ ਜਿਹਦੇ ਨਾਲ ਆਪਾਂ ਇਸ ਦਾ ਇਲਾਜ ਕਰ ਸਕਦੇ ਹਾਂ ਅਤੇ ਉਹਦੇ ਨਾਲ ਜਿਹੜਾ ਉਹ ਇਸ ਨੂੰ ਰਿਲੀਫ ਮਿਲੇਗਾ? ਬਿਲਕੁਲ ਜੀ, ਰੈਮਡੀਜ਼ ਬੇਸ 'ਚ ਗੱਲ ਕਰਾਂ ਤਾਂ ਆਯੁਰਵੇਦਾ ਦੇ ਵਿੱਚ ਅਸ਼ਵਗੰਧਾ, ਬ੍ਰਹਮੀ, ਸ਼ਤਾਵਰੀ ਇਹ ਤਿੰਨੇ ਬਹੁਤ ਅੱਛਾ ਕੰਮ ਕਰਦੀਆਂ ਨੇ। ਠੀਕ ਹੈ, ਔਰ ਜੇ ਮੈਂ ਨਿਊਟਰਾਸਿਊਟੀਕਲ 'ਚ ਗੱਲ ਕਰਾਂ ਤਾਂ ਆਪਣੇ ਕੋਲ ਬਹੁਤ ਅੱਛਾ ਪ੍ਰੋਡਕਟ ਹੈ ਹਿਊਮਨ ਕੇਅਰ ਮਿਨਰਲਸ, ਜਿਹਨੂੰ AMD ਦੇ ਨਾਮ ਨਾਲ, ਜਿਵੇਂ ਤੁਸੀਂ ਗਿੱਦੜ ਸਿੰਘੀ ਕਹਿੰਦੇ ਹੋ। ਠੀਕ ਹੈ, ਇਹ ਵੀ ਕੰਮ ਕਰਦੀ ਹੈ? ਹਾਂ ਬਿਲਕੁਲ ਕਰਦੀ। ਮਤਲਬ ਗਿੱਦੜ ਸਿੰਘੀ ਵਾਕਈ ਹੈ? ਹਾਂ ਬਿਲਕੁਲ ਕੰਮ ਕਰਦੀ, ਔਰ ਉਹਦੀ ਨੇਜ਼ਲ ਥੈਰੇਪੀ ਵੀ ਅਸੀਂ ਦਿੰਦੇ ਹਾਂ। ਉਹ ਵੀ ਦੱਸ ਦਿਓ। ਨੇਜ਼ਲ ਥੈਰੇਪੀ ਵਰਜਨ ਕੋਕੋਨਟ ਆਇਲ ਦੇ ਵਿੱਚ 20-80 ਦੀ ਰੇਸ਼ੋ, 80 ਵਰਜਨ ਕੋਕੋਨਟ ਆਇਲ ਤੇ ਵਰਜਨ ਕੋਕੋਨਟ ਆਇਲ ਔਰ 20% ਜਿਹੜਾ ਕਿ AMD ਦੀ ਰੇਸ਼ੋ ਬਣਾ ਕੇ ਨੇਜ਼ਲ। AMD ਦਾ ਨਾਮ ਵੀ ਦੱਸ ਦਿਓ। ਹਾਂ, ਹਿਊਮਨ ਕੇਅਰ ਹਿਊਮਨ ਰਿਚ ਮਿਨਰਲਸ ਉਹਦਾ ਨਾਮ ਹੈ। ਠੀਕ ਹੈ, ਜੋ ਸੰਸਥਾ ਨੂੰ ਟ੍ਰੇਡਮਾਰਕ ਮਿਲਿਆ ਹੋਇਆ। ਠੀਕ ਹੈ, AMD ਮੀਨਸ ਉਹਦਾ ਫੁੱਲ ਫਾਰਮ ਹੈ ਦੀ ਐਨਸ਼ੀਐਂਟ ਮਿਨਰਲ ਡ੍ਰੌਪ, ਪੁਰਾਤਨ ਸਮੇਂ ਦੇ ਖਣਿਜ ਪਦਾਰਥਾਂ ਦੀਆਂ ਬੂੰਦਾਂ। ਠੀਕ ਹੈ, ਤਾਂ ਉਹਨੂੰ ਇਸ ਕਰਕੇ AMD ਸ਼ਾਰਟ ਫਾਰਮ ਬੋਲ ਦਿੱਤਾ ਜਾਂਦਾ। ਤਾਂ ਪ੍ਰੋਡਕਟ ਨੇਮ ਇਹ ਹੈਗਾ। ਤਾਂ ਉਹਨੂੰ ਅਸੀਂ ਪੀਣ ਲਈ ਔਰ ਨੈਜ਼ਲ ਥੈਰੇਪੀ ਲਈ ਵੀ ਦਿੰਦੇ ਹੈਗੇ ਆ। ਹਾਂ, ਅਗਰ ਇਸ ਤੋਂ ਇਲਾਵਾ ਮਾਈਗ੍ਰੇਨ ਹੋ ਰਿਹਾ, ਨਾਲ ਡਿਪਰੈਸ਼ਨ ਹੈ, ਜਾਂ ਉਹ ਸਰਵਾਈਕਲ ਹੈ, ਡਿਮੈਂਸ਼ੀਆ ਹੈ, ਤਾਂ ਨੀਂਦ ਨਹੀਂ ਆ ਰਹੀ, ਠੀਕ ਹੈ, ਜਾਂ ਹਾਰਟ ਬੀਟ ਤੇਜ਼ ਹੋ ਰਹੀ ਹੈ, ਜਾਂ ਥਾਇਰਾਇਡ ਹੈ, ਤਾਂ ਉਹ ਡਾਇਗਨੋਸ ਦਾ ਪਾਰਟ ਹੈਗਾ। ਉਹਦੇ ਲਈ ਫਿਰ ਆਪਾਂ ਰੈਮਡੀਜ਼ ਦੇ ਵਿੱਚ ਸਪੈਸੀਫਿਕ ਥੈਰੇਪੀ ਦੇ ਵਿੱਚ ਆ ਜੀਦਾ। ਅੱਛਾ, ਅਤੇ ਇਹ ਕਿੰਨੇ ਚਿਰ ਦੇ ਵਿੱਚ ਜੇ ਆਪਾਂ ਇਹ ਰੈਮਡੀਜ਼ ਸ਼ੁਰੂ ਕਰ ਦਿੰਦੇ ਹਾਂ, ਕਿੰਨਾ ਚਿਰ ਲੱਗਦਾ ਹੈ? ਨਾਲ ਆਪਾਂ ਉਹਦੀ ਕਾਉਂਸਲਿੰਗ ਕਰਦੇ ਹਾਂ, ਨਾਲ ਇਹ ਰੈਮਡੀਜ਼ ਸ਼ੁਰੂ ਕਰ ਦਿੰਦੇ ਹਾਂ। ਨੇਜ਼ਲ ਥੈਰੇਪੀ ਇੱਕ ਬੜੀ ਕਾਰਗਰ ਥੈਰੇਪੀ ਮੰਨੀ ਜਾਂਦੀ ਹੈ ਇਸ ਮਾਮਲੇ ਦੇ ਵਿੱਚ। ਅਗਰ ਬ੍ਰੇਨ ਦੇ ਡਿਸਆਰਡਰ ਦੀ ਵੀ ਕਿਤੇ ਵੀ ਗੱਲ ਕਰਦੇ, ਨੇਜ਼ਲ ਥੈਰੇਪੀ ਬੜੀ ਕੰਮ ਕਰਦੀ ਹੈਗੀ। ਨੇਜ਼ਲ ਥੈਰੇਪੀ ਅਗਰ ਦਿੰਦੇ ਹਾਂ ਅਤੇ ਬ੍ਰਹਮੀ, ਆਮਲਾ ਅਤੇ ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਨੇ ਇਹ ਦਿੰਦੇ ਹਾਂ, ਕਿੰਨੇ ਚਿਰ ਦੇ ਵਿੱਚ ਰਿਕਵਰੀ ਜਿਹੜੀ ਆ ਉਹ ਹੋ ਜਾਂਦੀ ਹੈ? ਪਹਿਲਾਂ ਮੈਂ ਕਲੀਅਰ ਕਰ ਰਿਹਾ, ਬ੍ਰਹਮੀ, ਸ਼ਤਾਵਰੀ ਔਰ ਅਸ਼ਵਗੰਧਾ ਦੀ ਆਪਾਂ ਗੱਲ ਕੀਤੀ ਹੈ। ਇਹ ਆਲਰੇਡੀ ਇਹਦਾ ਆਪਾਂ ਇੱਕ ਕੰਬੀਨੇਸ਼ਨ ਦੇ ਵਿੱਚ ਇੱਕ ਆਯੁਰਵੈਦਿਕ ਰੈਮਡੀਜ਼ ਪ੍ਰੋਡਕਟ ਬਣਾਇਆ ਹੋਇਆ, ਜਿਹਨੂੰ ਬ੍ਰੇਨ ਟੋਨਿਕ ਕਹਿੰਦੇ ਆ। ਹਾਂ, ਤਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਨੇ। ਸੈਕੰਡਲੀ ਜਿਹੜਾ ਹੈਗਾ ਡਿਊਰੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਉਹ ਡਿਪੈਂਡ ਕਰ ਜਾਂਦਾ ਕਿ ਪੇਸ਼ੈਂਟ ਦੀ ਇਹ ਸਮੱਸਿਆ ਕਿੰਨੀ ਕੁ ਕਰੋਨਿਕਲ ਹੈ। ਜੇ ਤਾਂ ਬਹੁਤ ਕਰੋਨਿਕਲ ਹੈ ਤਾਂ ਉਹਨੂੰ 6 ਮੰਥ ਤੱਕ ਅਸੀਂ ਇੱਕ ਡਿਊਰੇਸ਼ਨ ਮੰਨ ਕੇ ਚੱਲਦੇ ਹਾਂ। ਬ੍ਰੇਨ ਟੋਨਿਕ ਕਿੰਨਾ ਕੁ ਦੇਣਾ ਪਊ, ਕਿ ਕਿਵੇਂ ਲੈਣਾ ਪਊ ਅਤੇ ਕਿੰਨਾ ਚਿਰ ਲੈਣਾ? ਹਾਂ, ਬ੍ਰੇਨ ਟੋਨਿਕ ਤਾਂ 2 ਚਮਚ 3 ਟਾਈਮ। ਹਾਂ, ਉਹਨੂੰ ਕੰਟੀਨਿਊ ਰੱਖੋ, ਚਾਹੇ ਸਰਦੀ ਹੈ ਗਰਮੀ, ਕੰਟੀਨਿਊ ਰੱਖੋ, ਜਿੰਨਾ ਟਾਈਮ ਤੁਹਾਡੀ ਇਹ ਸਮੱਸਿਆ ਹੱਲ ਨਹੀਂ। ਬੱਚੇ, ਬੁੱਢੇ, ਜਵਾਨ, ਜਿੰਨੇ ਸਾਰਿਆਂ ਨੂੰ, ਬਜ਼ੁਰਗਾਂ ਨੂੰ, ਸਾਰੇ ਲੈ ਸਕਦੇ ਹੋ ਉਹਨੂੰ। ਤਾਂ ਜਿਹੜੀ ਅਗਰ ਕੰਡੀਸ਼ਨ ਲੇਟੈਸਟ ਹੈ, ਹੁਣੇ ਹੀ ਅਵਸਥਾ ਹੋਈ ਹੈ, ਤਾਂ ਉਹਨੂੰ ਆਪਾਂ 90 ਦਿਨ ਦੇ ਬੇਸਿਕ ਦੇ ਵਿੱਚ ਵੀ ਮੰਨ ਕੇ ਚੱਲ ਸਕਦੇ ਕਿ ਬਾਡੀ ਰਿਸਪੌਂਸ ਕਰ ਸਕਦੀ ਹੈ। ਜੇ ਕ੍ਰੋਨਿਕ ਹੈਗੀ ਤਾਂ ਉਹਦੇ 'ਚ ਮਿਨੀਮਮ 6 ਮੰਥ ਆਪਾਂ ਮੰਨ ਕੇ ਚੱਲਾਂਗੇ। 6 ਮਹੀਨੇ ਲੱਗ ਜਾਣਗੇ ਉਹਨੂੰ। ਲੇਕਿਨ ਉਹਦੇ 'ਚ ਕਾਉਂਸਲਿੰਗ ਨਾਲ ਜ਼ਰੂਰੀ ਹੁੰਦੀ ਹੈ। ਕਾਉਂਸਲਿੰਗ ਬਹੁਤ ਜ਼ਰੂਰੀ ਹੁੰਦੀ ਹੈ। ਕਾਉਂਸਲਿੰਗ ਦੇ ਕਿਉਂਕਿ ਜਿੰਨਾ ਟਾਈਮ ਪੇਸ਼ੈਂਟ ਨੂੰ ਤੁਸੀਂ ਆਪਣੇ ਵਿਸ਼ਵਾਸ 'ਚ ਨਹੀਂ ਲੈਂਦੇ, ਉਹਨਾਂ ਟਾਈਮ ਉਹ ਤੁਹਾਡੀ ਰੈਮਡੀਜ਼ ਵੀ ਯੂਜ਼ ਨਹੀਂ ਕਰਦਾ। ਠੀਕ ਹੈ, ਔਰ ਜਦੋਂ ਤੁਸੀਂ ਵੱਡੀ ਚੀਜ਼ ਕੀ ਹੈ ਕਿ ਇੰਪੋਰਟੈਂਸ ਉਹਨੂੰ ਮਿਲਣ ਲੱਗ ਪਈ, ਉਹਨੂੰ ਕੋਈ ਸੁਣਨ ਲੱਗ ਪਿਆ, ਉਹਦੀ ਦੇਖਭਾਲ ਹੋਣ ਲੱਗ ਪਈ, ਕਿਉਂਕਿ ਉਹਨੂੰ ਲਿਜਾਣਗੇ, ਮੈਡੀਸਨ ਦਵਾਉਣਗੇ, ਬਕਾਇਦਾ ਗੱਡੀ 'ਚ ਪਾ ਕੇ ਲਿਆਉਣਗੇ, ਤਾਂ ਇੱਕ ਇੰਪੋਰਟੈਂਸ ਮਿਲਣ ਲੱਗ ਪਈ। ਠੀਕ ਹੈ, ਤਾਂ ਉਹ ਕਾਫੀ ਸਮੱਸਿਆ ਉੱਥੇ ਹੀ ਹੱਲ ਹੋਣ ਲੱਗ ਪੈਂਦੀ ਹੈ। ਠੀਕ ਹੈ, ਫਿਰ ਜਦੋਂ ਪੇਸ਼ੈਂਟ ਆਉਂਦਾ ਤਾਂ ਉਹਨੂੰ ਅਸੀਂ ਉਹਦੇ ਨਾਲ ਕਾਉਂਸਲਿੰਗ ਕਰਦੇ ਹਾਂ, ਤਾਂ ਉਹ ਵੀ ਇੱਕ ਸਮੱਸਿਆ ਕਾਫੀ ਹੱਲ ਕਰ ਦਿੰਦਾ। ਜਿਹੜੀ ਡੈਫੀਸ਼ੀਐਂਸੀ ਦਾ ਪਾਰਟ ਹੁੰਦਾ ਵਾ ਬੋਡੀ ਦੇ ਅੰਦਰ, ਹੋਰ ਸਮੱਸਿਆਵਾਂ, ਉਹ ਰੈਮਡੀਜ਼ ਨਾਲ ਠੀਕ ਹੋ ਜਾਂਦੀਆਂ ਨੇ। ਮਤਲਬ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਜਿਹੜਾ ਬੰਦਾ ਆਪ ਹੀ ਠੀਕ ਨਹੀਂ ਹੋਣਾ ਚਾਹ ਰਿਹਾ, ਹੁਣ ਜੇ ਮੰਨ ਲਓ ਉਹਨੇ ਕਾਉਂਸਲਿੰਗ ਦੇ ਵਿੱਚ ਵੀ ਉਹ ਆ ਨਹੀਂ ਰਿਹਾ, ਮੰਨ ਲਓ ਇੱਕ ਕੁੜੀ ਹੈ, ਉਹ ਕਿਸੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ, ਉਹਦੀ ਕੋਈ ਗੱਲ ਸੁਣਦਾ ਨਹੀਂ ਅਤੇ ਉਹ ਸਿਰ ਖੇਡਣਾ ਸ਼ੁਰੂ ਕਰ ਦਿੰਦੀ ਹੈ। ਜਾਂ ਇੱਕ ਲੇਡੀ ਹੈ ਜਿਹੜਾ ਇਲਿਸਿਟ ਰਿਲੇਸ਼ਨ ਕਿਸੇ ਹੋਰ ਨਾਲ ਹੋ ਗਿਆ ਅਤੇ ਉਹ ਆਪਣੇ ਆਦਮੀ ਨੂੰ ਛੱਡਣਾ ਚਾਹੁੰਦੀ ਹੈ, ਉਹਨੇ ਸਿਰ ਖੇਡਣਾ ਸ਼ੁਰੂ ਕਰਤਾ ਅਤੇ ਉਹਨੂੰ ਤੁਸੀਂ ਦਵਾਈਆਂ ਦੇਈ ਚਲੋ, ਭਾਵੇਂ ਜੋ ਮਰਜ਼ੀ, ਉਹ ਤਾਂ ਮੈਨੂੰ ਤਾਂ ਨਹੀਂ ਲੱਗਦਾ ਠੀਕ ਹੋਏਗਾ। ਹਾਂ ਬਿਲਕੁਲ, ਔਰ ਮੈਨੂੰ ਇੱਥੇ ਗੱਲ ਯਾਦ ਆ ਗਈ, ਇੱਕ ਸੱਜਣ ਨੇ ਮੈਨੂੰ ਇਹ ਗੱਲ ਸੁਣਾਈ ਸੀ ਹਿਸਟੀਰੀਆ ਸੰਬੰਧੀ ਸਮੱਸਿਆ ਦੇ ਉੱਤੇ ਹੀ, ਕਿ ਹਸਬੈਂਡ ਵਾਈਫ ਦੀ ਵਿੱਚ ਸਮੱਸਿਆ ਸੀ। ਵਾਈਫ ਨੂੰ ਇਹ ਮੇਨ ਸਮੱਸਿਆ ਸੀ, ਹਿਸਟੀਰੀਆ ਦੀ ਦੌਰੇ ਪੈਂਦੇ ਸੀ। ਤਾਂ ਜਦੋਂ ਡਾਕਟਰ ਨੇ ਡਾਇਗਨੋਸ ਕੀਤਾ, ਉਹਨੂੰ ਪਤਾ ਲੱਗ ਗਿਆ ਵੀ ਇਹਦੀ ਹਿਸਟੀਰੀਆ ਦੀ ਪ੍ਰੋਬਲਮ ਆ, ਐਪੀਲੈਪਸੀ ਦੀ ਨਹੀਂ ਹੈ। ਤਾਂ ਉਹ ਉੱਥੇ ਕਲੀਨਿਕ 'ਚ ਹੀ ਲੜਨਾ ਸ਼ੁਰੂ ਕਰ ਦਿੰਦੇ ਸੀ। ਤਾਂ ਡਾਕਟਰ ਕੀ ਕਰਦਾ ਸੀ, ਉੱਥੇ ਬੇਹੋਸ਼ ਹੁੰਦਾ ਨਾਟਕ ਕਰਦਾ ਸੀ। ਹਾਂਜੀ, ਉਹ ਬੇਹੋਸ਼ ਹੋ ਜਾਂਦਾ ਸੀ। ਅੱਛਾ, ਜਦੋਂ ਉਹ ਬੇਹੋਸ਼ ਹੋ ਜਾਂਦਾ ਸੀ ਤਾਂ ਉਹ ਚੁੱਪ ਹੋ ਜਾਂਦੇ। ਤਾਂ ਮੇਨ ਉਹਨੂੰ ਇਹ ਪਤਾ ਲੱਗ ਗਿਆ ਸੀ ਕਿ ਮੈਂ ਇਹਨੂੰ ਚੁੱਪ ਕਰਾਉਣਾ, ਅਤੇ ਚੁੱਪ ਕਰਾਉਣ ਲਈ ਉਹ ਖੁਦ ਬੇਹੋਸ਼ ਹੋ ਜਾਂਦਾ ਸੀ। ਤਾਂ ਉਹਨੂੰ ਠੀਕ ਆ, ਤਾਂ ਉਹ ਕਹਿੰਦੀ ਇਹ ਤਾਂ ਮੇਰੀ ਬੋਲਣ ਨਾਲ ਇਹ ਬੰਦਾ ਬੇਹੋਸ਼ ਹੋ ਗਿਆ।
ਤਾਂ ਠੀਕ ਹੈ, ਇੰਟੈਂਸ਼ਨ ਬਣ ਗਈ ਤਾਂ ਚੁੱਪ ਹੋ ਜਾਂਦੀ ਸੀ। ਸੋ ਇਸ ਤਰ੍ਹਾਂ ਦੀਆਂ ਮਤਲਬ ਵਿਆਹ ਕਰਾਉਣ ਵਾਲਾ ਕਾਜੀ ਹੀ ਮਰ ਗਿਆ। ਤਾਂ ਦੂਸਰਾ ਇਹਦੇ ਵਿੱਚ ਇਹ ਆ ਜਾਂਦਾ ਹੈ ਕਿ ਮੰਨ ਲਓ ਕਿ ਹਸਬੈਂਡ ਵਾਈਫ ਰਹਿ ਰਹੇ ਨੇ, ਜੁਆਇੰਟ ਫੈਮਿਲੀ 'ਚ ਰਹਿ ਰਹੇ ਨੇ, ਲੇਕਿਨ ਉਹ ਚਾਹੁੰਦੇ ਕਿ ਸੈਪਰੇਟ ਰਹੀਏ, ਲੇਕਿਨ ਜੁਆਇੰਟ ਫੈਮਿਲੀ ਦੀ ਬਾਉਂਡੇਸ਼ਨ ਇਸ ਤਰ੍ਹਾਂ ਦੀ ਹੁੰਦੀ ਕਿ ਜਲਦੀ ਕਈ ਵਾਰੀ ਨਹੀਂ ਸੈਪਰੇਟ ਹੋ ਪਾਉਂਦੇ, ਤਾਂ ਉਹ ਇੱਥੇ ਇੰਬੈਲੈਂਸ ਫੀਲ ਕਰ ਰਹੀ ਹੈ। ਤਾਂ ਉੱਥੇ ਵੀ ਇਹ 'ਚ ਇੱਕ ਮਾਨਸਿਕ ਤਣਾਅ 'ਚ ਕਨਵਰਟ ਹੋ ਜਾਂਦੀ ਚੀਜ਼, ਕਿਉਂਕਿ ਹੋ ਸਕਦਾ ਕਿ ਉਹਨਾਂ ਫੈਮਿਲੀ ਦੇ ਵਿੱਚ ਆਪਸੀ ਤਾਲਮੇਲ ਨਾ ਅੱਛਾ ਬੈਠਦਾ ਹੋਵੇ, ਸੱਸ ਨਾਲ ਨਾ ਬੈਠਦਾ ਹੋਵੇ, ਨਨਾਣ ਨਾਲ ਨਾ ਬੈਠਦਾ ਹੋਵੇ, ਜਾਂ ਦੇਵਰ ਨਾਲ ਨਾ ਬੈਠਦਾ ਹੋਵੇ, ਸਸੁਰ ਨਾਲ ਨਾ ਬੈਠਦਾ ਹੋਵੇ, ਤਾਂ ਉਹ ਇੱਕ ਤਣਾਅ ਵਾਲਾ ਮਾਹੌਲ ਬਣ ਜਾਂਦਾ। ਤਾਂ ਉਹ ਜਦੋਂ ਚੀਜ਼ ਦਬਾਉਣ ਦੇ ਨਾਲ ਕੋਈ ਸਾਲ ਰਿਹਾ, 2 ਸਾਲ ਰਿਹਾ, 3 ਸਾਲ ਰਿਹਾ, ਉਸ ਤੋਂ ਬਾਅਦ ਇਹ ਰਿਐਕਸ਼ਨ ਬਾਡੀ 'ਚ ਕਨਵਰਟ ਹੋ ਜਾਂਦੇ ਨੇ। ਠੀਕ ਹੈ, ਤਾਂ ਉਹ ਉੱਥੇ ਵੀ ਜਦੋਂ ਫਿਰ ਉਹਦਾ ਜੇ ਅਗਰ ਆਪਾਂ ਹੱਲ ਲੱਭਣਾ ਹੋਏਗਾ ਤਾਂ ਹੱਲ ਉਹਦੀ ਉਹ ਜੋ ਫਿਜ਼ੀਕਲੀ ਰਿਐਕਸ਼ਨ ਨੇ ਉਹ ਨਹੀਂ ਗੇ ਵੀ ਇਹਨੂੰ ਕਿਵੇਂ ਕੰਟਰੋਲ। ਹੱਲ ਉਹਦਾ ਇਹ ਹੈਗਾ ਕਿ ਇਹਨੂੰ ਸੈਪਰੇਟ ਕਰਵਾ ਦਿੱਤਾ ਜਾਵੇ ਤਾਂ ਠੀਕ ਹੋ ਜਾਣਾ ਉਹਨੇ। ਠੀਕ ਹੈ, ਤਾਂ ਇਹ ਇਸ ਤਰ੍ਹਾਂ ਦੀਆਂ ਕੁਛ ਚੀਜ਼ਾਂ ਨੇ ਜਿਹੜੀਆਂ ਅੱਗੇ ਉਹਨੂੰ ਇਸ ਡਿਜ਼ੀਜ਼ ਵੱਲ ਲੈ ਆਉਂਦੀਆਂ ਨੇ ਮਾਨਸਿਕ ਤੌਰ 'ਤੇ, ਕਿਉਂਕਿ ਫੀਮੇਲ ਹਮੇਸ਼ਾ ਸੈਂਸਿਟਿਵ ਮੰਨੀਆਂ ਜਾਂਦੀਆਂ ਨੇ। ਉਹ ਛੋਟੀ ਛੋਟੀ ਗੱਲ ਨੂੰ ਵੱਡਾ ਸੋਚ ਜਾਂਦੀਆਂ ਨੇ ਤਾਂ ਵੱਡਾ ਹੀ ਰਿਐਕਸ਼ਨ ਕਰ ਜਾਂਦੀਆਂ ਨੇ। ਕਈ ਵਾਰੀ ਗੱਲ ਉਹਨੀ ਨਹੀਂ ਹੁੰਦੀ, ਲੇਕਿਨ ਉਹਨਾਂ ਦੇ ਦਿਮਾਗ 'ਚ ਵੱਡੀ ਚੱਲ ਰਹੀ ਹੁੰਦੀ ਹੈ, ਤਾਂ ਉਹ ਫਿਰ ਇੱਕ ਸਮੱਸਿਆ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਤੁਸੀਂ ਯੂਟਰਸ ਦੀ ਗੱਲ ਕੀਤੀ ਹੈ, ਵੈਸੈਕਟਮੀ ਦੀ ਗੱਲ ਕੀਤੀ ਹੈ, ਤੇ ਯੂਟਰਸ ਦੇ ਨਾਲ ਜਿਹੜਾ ਇਹਦਾ ਬੜਾ ਡੂੰਘਾ ਸੰਬੰਧ ਹੈ, ਕਿਉਂਕਿ ਹਾਰਮੋਨਲ ਚੇਂਜਸ ਜਿੰਨੇ ਵੀ ਆਉਣਗੇ ਉਹ ਯੂਟਰਸ ਦੇ ਕਰਕੇ ਆਉਂਦੇ ਨੇ ਜ਼ਿਆਦਾਤਰ। ਇਸ ਤਰ੍ਹਾਂ ਦੇ ਜਿਹੜੇ ਹੁੰਦੇ ਡਿਸਆਰਡਰ ਜਿਹੜਾ ਹੁੰਦਾ, ਤਾਂ ਯੂਟਰਸ ਜਿਨ੍ਹਾਂ ਲੇਡੀਜ਼ ਦੀ ਰਿਮੂਵ ਹੋ ਜਾਂਦੀ ਹੈ, ਇਹ ਇੱਕ ਤਾਂ ਹੋਗਾ ਇੰਟੈਂਸ਼ਨਲੀ ਆਪਾਂ ਕਿਸੇ ਚੀਜ਼ ਨੂੰ ਕਰ ਰਹੇ ਹਾਂ, ਆਪਾਂ ਸੋਚ ਰਹੇ ਹਾਂ ਵੀ ਆਪਣਾ ਵਿਆਹ ਨਹੀਂ ਹੋ ਰਿਹਾ, ਆਪਾਂ ਸੋਚ ਰਹੇ ਹਾਂ ਵੀ ਇਹ ਮੇਰਾ ਪਿੱਛਾ ਨਹੀਂ ਛੱਡ ਰਿਹਾ, ਪਿੱਛਾ ਨਹੀਂ ਛੱਡ ਰਹੀ, ਜਾਂ ਵਟਐਵਰ ਜੋ ਵੀ ਹੈ, ਤਾਂ ਇੱਕ ਤਾਂ ਇੰਟੈਂਸ਼ਨਲੀ ਹੋ ਗਿਆ ਉਹ। ਇੱਕ ਹੋ ਗਿਆ ਕਿ ਆਪਾਂ ਨੂੰ ਬਾਡੀ ਬਿਮਾਰ ਹੋ ਗਈ ਤੇ ਬਾਡੀ ਦੇ ਅੰਦਰੋਂ ਹਿਸੈਕਟਮੀ ਕਰਕੇ, ਚਾਹੇ ਵਜਾਈਨਲ ਹਿਸੈਕਟਮੀ ਕਰ ਦਿਓ ਚਾਹੇ ਦੂਸਰੀ ਕਰ ਦਿਓ, ਦੋਨਾਂ ਚੋਂ ਜਿਹੜੀ ਉਹ ਯੂਟਰਸ ਬਾਹਰ ਨਿਕਲ ਗਈ। ਕੀ ਯੂਟਰਸ ਬਾਹਰ ਨਿਕਲਣ ਤੋਂ ਬਾਅਦ ਵੀ ਇਹ ਪ੍ਰੋਬਲਮ ਆਉਂਦੀ? ਬਿਲਕੁਲ, ਉਦੋਂ ਬਾਡੀ ਦੇ ਅੰਦਰ ਹਾਰਮੋਨਸ ਕਾਫੀ ਹਾਈਪਰ ਹੋ ਜਾਂਦੇ ਨੇ, ਬਾਡੀ 'ਚ ਹੀਟ, ਸਵੈਟਿੰਗ, ਬਰਨਿੰਗ ਸ਼ੁਰੂ ਹੋ ਜਾਂਦੀ ਹੈ। ਅੱਛਾ, ਉਹ ਇਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ ਕਿ ਤੁਸੀਂ ਡਾਕਟਰ ਨੂੰ ਐਕਸਪਲੇਨ ਵੀ ਨਹੀਂ ਕਰ ਸਕਦੇ ਮੈਨੂੰ ਹੋ ਕੀ ਰਿਹਾ। ਅੱਛਾ, ਉਹਦਾ ਹੱਲ ਵੀ ਕਿਸੇ ਮੈਡੀਸਨ ਦੇ ਵਿੱਚ ਨਹੀਂ ਹੁੰਦਾ ਜ਼ਿਆਦਾਤਰ। ਠੀਕ ਹੈ, ਤਾਂ ਉਹਨੂੰ ਕਿਸੇ ਰੈਮਡੀਜ਼ ਦੇ ਨਾਲ ਹੀ ਤੁਸੀਂ ਕੰਟਰੋਲ ਕਰ ਸਕਦੇ ਹੋ, ਜਾਂ ਨੈਚੁਰਲ ਟਰੀਟਮੈਂਟ ਨਾਲ ਹੀ ਉਹਨੂੰ ਤੁਸੀਂ ਕੰਟਰੋਲ ਕਰ ਪਾਓਗੇ, ਕਿਉਂਕਿ ਉਹਦੇ ਨਾਲ ਜੋ ਅੰਦਰ ਵਿਗਾੜ ਪੈਦਾ ਹੋ ਜਾਂਦਾ। ਜਦੋਂ ਹਿਸਟੈਕਟਮੀ ਹੁੰਦੀ ਹੈ ਜਾਂ ਯੂਟਰਸ ਰਿਮੂਵ ਹੁੰਦੀ ਹੈ ਤਾਂ ਪਹਿਲਾ ਜਿਹੜਾ ਦਬਾਅ ਹੈ ਉਹ ਲੀਵਰ 'ਤੇ ਵੀ ਨਾਲ ਦੀ ਨਾਲ ਚਲੇ ਜਾਂਦਾ। ਲੀਵਰ ਫੈਟੀ ਹੋਣ ਲੱਗ ਪੈਂਦਾ, ਉਹਦਾ ਜਿਹੜਾ ਪਿੱਤ ਰਸ ਹੈ ਉਹ ਇੱਕ ਪੋਇਜ਼ਨ 'ਚ ਕਨਵਰਟ ਹੋਣ ਲੱਗ ਪੈਂਦਾ, ਉਹਦੀ ਕੁਆਲਿਟੀ ਮਾੜੀ ਹੋ ਜਾਂਦੀ ਹੈ, ਫਿਰ ਪਿੱਤੇ ਦੇ ਵਿੱਚ ਸਟੋਨ ਬਣਨਾ ਸ਼ੁਰੂ ਹੋ ਜਾਂਦਾ। ਠੀਕ ਹੈ, ਤਾਂ ਉਹ ਜਿਹੜੀ ਕੈਲਸ਼ੀਅਮ ਆ ਰਿਡਿਊਸ ਹੋਣ ਲੱਗ ਪੈਂਦਾ, D3 ਘਟਣ ਲੱਗ ਪੈਂਦਾ ਬਾਡੀ ਦੇ ਵਿੱਚ, ਅਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗ ਪੈਂਦੀਆਂ। ਨੀਂਦ ਜਿਹੜੀ ਬੇਕਾਰ ਹੋ ਜਾਂਦੀ ਹੈ, ਹਾਈਪਰ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ, ਛੋਟੀ ਛੋਟੀ ਚੀਜ਼ ਵੀ ਬਹੁਤ ਤੰਗ ਕਰਦੀ ਹੈ। ਮੀਨਸ ਇਹ ਇੰਨਾ ਕੁ ਭਿਆਨਕ ਐਕਸਪੈਰੀਮੈਂਟ ਹੈ ਬਾਡੀ 'ਤੇ ਕਿ ਮਤਲਬ ਔਰਤ ਆਪਣੇ ਆਪ ਨੂੰ ਵੀ ਚਾਕੂ ਮਾਰ ਸਕਦੀ ਹੈ ਇਹ ਜਦੋਂ ਇਹ ਚੀਜ਼ ਹਾਈਪਰ ਹੁੰਦੀ ਹੈ, ਬ੍ਰੇਨ ਨੂੰ ਚੜ੍ਹਦੀ ਹੈ। ਠੀਕ ਹੈ, ਕਿਉਂਕਿ ਉਹਨੂੰ ਕੁਝ ਸਮਝ ਨਹੀਂ ਲੱਗਦਾ ਕਿ ਉਹਦੇ ਦਰਦ ਨੂੰ ਦੂਸਰੇ ਵਾਲਾ ਕੋਈ ਸਮਝਣਾ ਨਹੀਂ ਚਾਹੁੰਦਾ। ਇਸੇ ਕਰਕੇ ਅਸੀਂ ਬਹੁਤ ਵਾਰੀ ਕਾਉਂਸਲਿੰਗ ਕਰਦੇ ਪੇਸ਼ੈਂਟ ਨੂੰ। ਪੇਸ਼ੈਂਟ ਫਾਈਬਰੋਇਡ ਵਾਲਾ ਜਾਂ ਸਿਸਟ ਵਾਲਾ ਪੇਸ਼ੈਂਟ ਨੋ ਡਾਊਟ ਕਈਆਂ ਨੂੰ 3 ਮਹੀਨੇ ਦੇ ਅੰਦਰ ਅੱਛਾ ਆਰਾਮ ਆ ਜਾਂਦਾ, ਕਈਆਂ ਨੂੰ ਸਾਡੇ ਕੋਲ 12 ਮਹੀਨੇ ਵੀ ਕੰਟੀਨਿਊ ਚੱਲੇ ਨੇ ਪੇਸ਼ੈਂਟ। ਲੇਕਿਨ ਅਸੀਂ ਉਹਨਾਂ ਨੂੰ ਇੱਕੋ ਚੀਜ਼ ਸਮਝਾਉਂਦੇ ਹੁੰਦੇ ਹਾਂ ਵੀ ਅੱਜ ਤੁਹਾਡੇ ਕੋਲ ਇੱਕ ਪ੍ਰੋਬਲਮ ਦਾ ਅਲਟਰਾਸਾਊਂਡ ਹੈ, ਇਹਨੂੰ ਰਿਮੂਵ ਕਰਵਾਓਗੇ ਤਾਂ 4 ਪ੍ਰੋਬਲਮ ਦੇ ਅਲਟਰਾਸਾਊਂਡ ਤੁਹਾਡੇ ਕੋਲ ਇਕੱਠੇ ਹੋ ਜਾਣੇ ਨੇ। ਸੋ ਜੇ ਅਸੀਂ ਸਾਡਾ ਇਹਨਾਂ ਚੀਜ਼ਾਂ ਤੋਂ ਖਹਿੜੇ ਨਹੀਂ ਛੁੱਟਣਾ ਹੈਗਾ ਤੇ ਆਪਣੇ ਕੋਲ ਇੱਕ ਚੀਜ਼ ਤਾਂ ਹੈਗੀ ਨਾ, ਕਮ ਸੇ ਕਮ ਅਸੀਂ ਇਹਨੂੰ ਬਾਡੀ ਤੋਂ ਹੀਲ ਕਰਵਾਉਣ ਲਈ ਵੇਟ ਕਰੀਏ। ਡਾਇਗਨੋਸਿਸ ਉਹਨੂੰ ਆਪਾਂ ਕਰ ਰਹੇ ਹੈਗੇ ਆ, ਲੇਕਿਨ ਇਹਦੇ 'ਚ 70-80% ਪਰਮੇਸ਼ਰ ਦੀ ਕਿਰਪਾ ਨਾਲ ਅਸੀਂ ਸਕਸੈਸ ਰਹੇ ਹੈਗੇ। 20% ਚਾਂਸ ਹੁੰਦੇ ਆ ਜਿੱਥੇ ਰਿਸਪੌਂਸ ਬਾਡੀ ਨਹੀਂ ਕਰਦੀ, ਜਾਂ ਉਹ ਪਹਿਲਾਂ ਹੀ ਇੱਕ ਵਿਗੜੇ ਹੋਏ ਹਾਲਾਤ 'ਚ ਕੇਸ ਸਾਡੇ ਕੋਲ ਹੁੰਦਾ। ਮੈਂ ਇਹ ਸਵਾਲ ਪੁੱਛਣ ਦਾ ਮੇਰਾ ਮਕਸਦ ਇਹ ਸੀਗਾ ਕਿ ਆਪਾਂ ਨੇ ਇਹ ਕਹਿਤਾ ਵੀ ਇੰਟੈਂਸ਼ਨਲੀ ਵੀ ਬਹੁਤ ਵਾਰੀ ਲੇਡੀਜ਼ ਜਾਂ ਬੰਦੇ ਜਿਹੜੇ ਨੇ ਇਹ ਇੱਦਾਂ ਕਰਦੇ ਨੇ ਤਾਂ ਹਿਸਟੀਰੀਆ 'ਚ ਕਨਵਰਟ ਹੋ ਜਾਂਦਾ, ਪਰ ਬਾਡੀ ਦੇ ਅੰਦਰ ਜਿਹੜਾ ਇਹ ਚੇਂਜ ਆਇਆ ਹੁੰਦਾ, ਕਿਤੇ ਇਹ ਨਾ ਹੋਵੇ ਆਪਣੀ ਗੱਲਬਾਤ ਸੁਣਨ ਤੋਂ ਬਾਅਦ ਜਿਹੜੇ ਬਹੁਤ ਸਾਰੇ ਲੋਕੀ ਇਹ ਕਹਿਣ ਵੀ ਉਹ ਜਾਣ ਕੇ ਕਰਦਾ ਜਾਂ ਜਾਣ ਕੇ ਕਰਦੀ ਹੈ। ਬਾਡੀ ਦੇ ਅੰਦਰ ਜੇ ਮੰਨ ਲਓ ਯੂਟਰਸ ਰਿਮੂਵ ਹੋ ਗਈ ਹੈ ਤਾਂ ਉਹ ਇੱਕ ਬਾਡੀ ਦੇ ਅੰਦਰ ਆਇਆ ਹੋਇਆ ਚੇਂਜ ਹੈ ਜਿਹੜਾ ਹਿਸਟੈਕਟਮੀ ਦੇ ਵਿੱਚ ਕੀਤਾ, ਉਹਦੇ ਨਾਲ ਕਿਤੇ ਧੱਕਾ ਨਾ ਹੋ ਜਾਏ, ਕਿਤੇ ਉਹਦੇ ਨਾਲ ਜਿਹੜੀ ਨਾ ਇਨਸਾਫੀ ਨਾ ਹੋ ਜਾਏ।
ਤੇ ਬਾਡੀ ਦੇ ਅੰਦਰ ਆਇਆ ਹੋਇਆ ਚੇਂਜ ਆ ਜਿਹੜਾ ਕਿ ਅੱਗੇ ਚੱਲ ਕੇ ਸੈਕਮੀ ਦੇ ਵਿੱਚ ਹਿਸਟੀਰੀਆ ਦੇ ਵਿੱਚ ਜਿਹੜਾ ਕਨਵਰਟ ਹੋ ਜਾਂਦਾ। ਬਿਲਕੁਲ ਸਹੀ ਕਿਹਾ ਤੁਸੀਂ। ਜਿਨ੍ਹਾਂ ਦੀ ਯੂਟਰਸ ਰਿਮੂਵ ਹੋਏਗੀ ਉਹਨਾਂ ਦੇ ਅੰਦਰ ਇਹ ਅੰਦਰੂਨੀ ਮਾਹੌਲ ਵਿਗੜ ਜਾਂਦਾ। ਉਸ ਤੋਂ ਬਾਅਦ ਜਿਹੜੀ ਚੀਜ਼ ਤੁਹਾਨੂੰ ਮੈਂ ਕਹੀ ਹੈ ਕਿ ਮੰਨ ਲਓ ਬੰਦ ਕਮਰੇ 'ਚ ਬੈਠਣਾ, ਬੰਦ ਗੱਡੀ 'ਚ ਬੈਠਣਾ और घबराहट होना, जब किसी बस सफ़र करना, सेक नहीं, क्योंकि फॉर एग्जांपल मान लो ਗੱਡੀ ਸਫ਼ਰ ਹੋ ਰਿਹਾ ਕੀਤਾ ਜਾ ਰਿਹਾ, ਸਫ਼ਰ ਦੇ ਵਿੱਚ ਕੀ ਹੁੰਦਾ ਕਿ ਫੈਮਿਲੀ ਨੂੰ ਇਹ ਹੁੰਦਾ ਵੀ ਚਲੋ ਆਪਾਂ ਇੱਕ ਸਫ਼ਰ 'ਤੇ ਜਾ ਰਹੇ ਤੇ ਸੁਖਮਈ ਆਪਣਾ ਕਵਰ ਹੋ ਜੇ, ਲੇਕਿਨ ਉਹਦੇ 'ਚ ਉਹ ਵੀ ਪੇਸ਼ੈਂਟ ਤੁਹਾਡਾ ਬੈਠਾ ਹੋਇਆ ਜਿਹਦੀ ਯੂਟਰਸ ਰਿਮੂਵ ਹੈ, ਤਾਂ ਉਹਨੂੰ ਉੱਥੇ ਘਬਰਾਹਟ ਹੋ ਸਕਦੀ ਹੈ, ਉਹਨੂੰ ਵੋਮਟਿੰਗਸ ਵੀ ਆ ਸਕਦੀਆਂ ਨੇ, ਤਾਂ ਉਹਦੇ ਨਾਲ ਦੂਸਰੇ ਜਿਹੜੇ ਮੈਂਬਰ ਹੁੰਦੇ ਡਿਸਟਰਬ ਹੁੰਦੇ। ਕਈ ਵਾਰੀ ਈਵਨ ਉਹਦੇ 'ਤੇ ਬਲੇਮ ਲਗਾ ਲੈਂਦੇ, ਤੇਰਾ ਤਾਂ ਹਰ ਜਗ੍ਹਾ ਇਹੀ ਹਾਲ ਹੈ, ਉਹ ਇਹ ਗੱਲ ਕਰ ਲੈਂਦੇ, ਲੇਕਿਨ ਉਹਦੇ ਇਹ ਹਾਲ ਹੈ ਕਿਉਂ, ਉਹਦੇ 'ਤੇ ਕੋਈ ਵਿਚਾਰ ਨਹੀਂ ਕਰਨਾ ਚਾਹੁੰਦਾ, ਉਹਦੇ ਬਾਰੇ ਕੋਈ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਨਾ ਚਾਹੁੰਦਾ। ਸਭ ਨੂੰ ਇਹ ਹੈ ਵੀ ਜੀ ਜੇ ਕੁਲਵੰਤ ਜੀ ਮੇਰੇ ਨਾਲ ਨੇ ਤੇ ਜੇ ਤੁਹਾਨੂੰ ਕੋਈ ਵੋਮਟਿੰਗ ਆ ਰਹੀ ਹੈ ਤਾਂ ਮੈਂ ਇਹ ਤੁਹਾਨੂੰ ਇਹ ਨਾ ਪੁੱਛਾਂ ਕਿ ਤੁਹਾਨੂੰ ਕਿਹੜੀ ਗੱਲ ਤੋਂ ਆ ਰਹੀ ਹੈ, ਉਲਟਾ ਮੈਂ ਕਹੂੰਗਾ ਆਹ ਲਓ ਜੀ ਗੋਲੀ ਖਾਓ ਤੇ ਠੀਕ ਹੋਵੋ, ਠੀਕ ਹੈ, ਬਿਨਾਂ ਸੋਚੇ ਕਿ ਇਸ ਗੋਲੀ ਦਾ ਤੁਹਾਨੂੰ ਸਾਈਡ ਇਫੈਕਟ ਵੀ ਆ ਸਕਦਾ। ਤਾਂ ਉਹ ਇਹ ਚੀਜ਼ ਹੋ ਰਹੀ ਹੈ ਕਿ ਜਿਹੜੀ ਸਮੱਸਿਆ ਆ ਗਈ ਹੈ ਉਹਨੂੰ ਸਮਝਣ ਦੀ ਬਜਾਏ ਕੋਈ ਨਾ ਕੋਈ ਗੋਲੀ ਦੇ ਕੇ ਇੱਕ ਵਾਰੀ ਚੁੱਪ ਕਰਵਾਇਆ ਜਾਵੇ ਤੇ ਸਾਡਾ ਸਫ਼ਰ ਸਹੀ ਨਿਕਲ ਜੇ, ਬਸ ਇੱਥੋਂ ਤੱਕ ਹੀ ਇੰਟੈਂਸ਼ਨ ਹੈਗੀ ਆ। ਪਰ ਸਾਨੂੰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਵੱਲ ਗੌਰ ਕਰਨਾ ਪਏਗਾ ਤੇ ਕੀ ਕਾਰਨ ਹੈ ਕਿ ਯੂਟਰਸ ਨੂੰ ਰਿਮੂਵ ਕਰਵਾਉਣ ਦੀ ਗਿਣਤੀ ਵੱਧ ਰਹੀ ਹੈ। ਔਰ ਇਹ ਕੋਈ ਬਹੁਤ ਵੱਡੀ ਅਚੀਵਮੈਂਟ ਨਹੀਂ ਹੈ, ਇਹ ਸਾਨੂੰ ਪਿੱਛੇ ਨੂੰ ਧਕੇਲ ਰਹੀ ਹੈ ਚੀਜ਼, ਸਾਡੀ ਪੀੜ੍ਹੀ ਖਤਮ ਕਰੇਗੀ, ਸਾਡੀ ਜਨਰੇਸ਼ਨ ਖਤਮ ਕਰੇਗੀ। ਔਰ ਜਿੰਨੇ ਜ਼ਿਆਦਾ ਇਸ ਤਰ੍ਹਾਂ ਦੇ ਪੇਸ਼ੈਂਟ ਹੋਣਗੇ ਸਾਡੇ ਘਰ ਦੇ ਵਿੱਚ, ਉਸ ਘਰ ਦੇ ਅੰਦਰ ਜਾਂ ਤਾਂ ਉਹਨੂੰ ਸਮਝਣ ਵਾਲੇ ਆ ਜਾਣ, ਜੇ ਉਹਨੂੰ ਸਮਝ ਨਹੀਂ ਸਕਦੇ ਤਾਂ ਉਸ ਘਰ ਦੇ ਵਿੱਚ ਮਾਹੌਲ ਠੀਕ ਨਹੀਂ ਰਹਿੰਦਾ, ਠੀਕ ਹੈ। ਔਰ ਉਹਦੇ ਵਿੱਚ ਚਾਹੇ ਛੋਟਾ ਬੱਚਾ ਹੈ ਚਾਹੇ ਵੱਡਾ ਬੱਚਾ, ਉਹਦੇ ਉੱਤੇ ਵੀ ਮਾਨਸਿਕ ਦਬਾਅ ਵੱਧ ਜਾਂਦਾ ਹੈ, ਠੀਕ ਹੈ। ਘਰ ਦੇ ਵਿੱਚ ਅਗਰ ਫੀਮੇਲ ਦਾ ਮੇਲ ਦੇ ਨਾਲ ਫਾਈਟ ਹੋ ਰਹੀ ਜਾਂ ਤੂੰ ਐਵੇਂ ਹੋ ਰਹੀ ਹੈ ਤਾਂ ਬੱਚੇ ਤਾਂ ਦੇਖ ਰਹੇ ਹੁੰਦੇ ਨਾ, ਤੇ ਉਹ ਵੀ ਮਾਨਸਿਕ ਦਬਾਅ 'ਚ ਆ ਜਾਂਦੇ ਨੇ। ਕੀ ਕਾਰਨ ਹੈ ਕਿ ਮੰਮੀ ਪਾਪਾ ਆਪਸ 'ਚ ਲੜ ਰਹੇ ਨੇ ਜਾਂ ਦਾਦੂ ਦਾਦੀ ਆਪਸ 'ਚ ਲੜ ਰਹੇ ਨੇ, ਜੋ ਵੀ ਘਰ ਦੇ ਮਾਹੌਲ ਦੇ ਬੱਚੇ 'ਤੇ ਬਹੁਤ ਫਾਸਟ ਅਸਰ ਚੱਲ ਜਾਂਦਾ। ਸੋ ਜੇ ਬੱਚਿਆਂ 'ਤੇ ਜਾਂਦਾ ਉਹ ਬੱਚਿਆਂ 'ਤੇ ਗਿਆ ਹੋਇਆ ਅਸਰ ਬੱਚਿਆਂ ਰਾਹੀਂ ਸਮਾਜ 'ਚ ਚਲੇ ਜਾਂਦਾ, ਠੀਕ ਹੈ ਨਾ। ਤਾਂ ਉਹਨਾਂ ਦੀ ਜਿਹੜੀ ਪਰਵਰਿਸ਼ ਦਾ ਹਿੱਸਾ ਬਣ ਗਿਆ, ਪਰਵਰਿਸ਼ ਦਾ ਹਿੱਸਾ ਬਾਅਦ 'ਚ ਉਹਦੇ ਵਿਹਾਰ 'ਚ ਐਡ ਹੋ ਜਾਂਦਾ। ਜਦੋਂ ਵਿਹਾਰ 'ਚ ਐਡ ਹੋ ਜਾਂਦਾ ਫਿਰ ਉਹਨਾਂ ਦੇ ਕਾਰੋਬਾਰ 'ਚ ਵੀ ਐਡ ਹੋ ਜਾਂਦਾ, ਠੀਕ ਹੈ। ਅਤੇ ਉਹਨਾਂ ਦੇ ਸਮਾਜਿਕ ਮਿਲਣ ਵਰਤਨ 'ਚ ਵੀ ਐਡ ਹੋ ਜਾਂਦਾ, ਤਾਂ ਉਹ ਵੀ ਫਰਸਟ੍ਰੇਟਡ ਮਾਈਂਡ ਵਾਲੇ ਸੁਭਾਅ ਵਾਲੇ ਬਣ ਜਾਂਦੇ ਨੇ। ਸੋ ਇਸ ਤਰ੍ਹਾਂ ਇਹ ਚੀਜ਼ਾਂ ਵੰਡੀਆਂ ਜਾਂਦੀਆਂ ਨੇ, ਅੱਗੇ ਅਸਰ ਛੱਡ ਜਾਂਦੀਆਂ ਨੇ। ਤਾਂ ਇਹਨੂੰ ਸਮਝਣ ਦੀ ਜ਼ਰੂਰਤ ਹੈ, ਇਹਦੇ ਪਿੱਛੇ ਕੀ ਕਾਰਨ ਹੈ ਉਹਨਾਂ ਵੱਲ ਜਾਣ ਦੀ ਜ਼ਰੂਰਤ ਹੈ। ਮੇਨ ਚੀਜ਼ ਸੀ ਅੱਜ ਦਾ ਆਪਣਾ ਟੌਪਿਕ ਹਿਸਟੀਰੀਆ ਸੀ। 2 ਰੀਜ਼ਨ ਹੈ, ਇੱਕ ਮਨ ਦੇ ਅੰਦਰ ਦੱਬੇ ਹੋਏ ਦਬਾਅ, ਅਗਰ ਇਸ ਤਰ੍ਹਾਂ ਦੇ ਹਨ ਕਿਸੇ ਵੀ ਦੇ ਤਾਂ ਉਹ ਪਲੀਜ਼ ਉਹਨੂੰ ਆਪਣੇ ਕਿਸੇ ਕੁਲੀਗ ਜਾਂ ਆਪਣੇ ਫੈਮਿਲੀ ਮੈਂਬਰ ਦੇ ਨਾਲ ਉਹਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਤੁਹਾਡੀ ਬਾਡੀ ਇੱਕ ਇਸ ਕਨਵਰਜ਼ਨ ਡਿਸਆਰਡਰ ਦਾ ਸ਼ਿਕਾਰ ਨਾ ਹੋ ਸਕੇ, ਹਿਸਟੀਰੀਆ ਦੇ ਦੌਰਿਆਂ ਦਾ ਸ਼ਿਕਾਰ ਨਾ ਹੋ ਸਕੇ। ਦੂਸਰਾ, ਅਗਰ ਯੂਟਰਸ ਰਿਮੂਵ ਹੈ ਤਾਂ ਉਹਨਾਂ ਦੇ ਅੰਦਰ ਇਸ ਤਰ੍ਹਾਂ ਦੇ ਰਿਐਕਸ਼ਨ ਜ਼ਰੂਰ ਹੁੰਦੇ ਨੇ। ਅਗਰ ਇਸ ਤਰ੍ਹਾਂ ਦੇ ਤੁਹਾਡੀ ਫੈਮਿਲੀ ਮੈਂਬਰ ਦੇ ਵਿੱਚ ਕਿਸੇ ਦੀ ਯੂਟਰਸ ਰਿਮੂਵ ਹੈ ਅਤੇ ਇਸ ਤਰ੍ਹਾਂ ਦੇ ਰਿਐਕਸ਼ਨ ਆ ਰਹੇ ਨੇ ਤਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਹਦੇ ਨਾਲ ਇੱਕ ਪਿਆਰ ਵਾਲਾ ਔਰ ਇੱਕ ਉਹਨੂੰ ਇਮੋਸ਼ਨ ਦੇ ਨਾਲ ਤੁਸੀਂ ਹੈਂਡਲ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਜ਼ਿਆਦਾ ਅੱਛੇ ਰਿਜ਼ਲਟ ਆਉਂਦੇ ਨੇ। ਤੀਸਰਾ ਹੈਗਾ ਕਿ ਕਾਉਂਸਲਿੰਗ ਜਾਂ ਤਾਂ ਖੁਦ ਕਰੋ ਜਾਂ ਉਹਨੂੰ ਕਾਉਂਸਲਿੰਗ ਕਰਵਾਓ। ਚੌਥਾ, ਇਹ ਚੀਜ਼ ਅਗਰ ਮੇਲ ਦੇ ਵਿੱਚ ਆਉਂਦੀ ਹੈ ਤਾਂ ਉਹਦੇ ਪਿੱਛੇ ਕਾਰਨ ਬਹੁਤ ਜ਼ਿਆਦਾ ਐਂਟੀਬਾਇਓਟਿਕ ਜਾਂ ਬਹੁਤ ਜ਼ਿਆਦਾ ਘਾਟਾ ਪੈ ਜਾਣਾ ਕਿਸੇ ਕਾਰੋਬਾਰ ਦੇ ਵਿੱਚ, ਜਾਂ ਨਸ਼ੇ ਦੇ ਵਿੱਚ ਰਹਿਣਾ, ਜਾਂ ਮਾਨਸਿਕ ਤਣਾਅ, ਪਰਿਵਾਰ ਦੇ ਨਾਲ ਰਿਲੇਸ਼ਨ ਨਾ ਅੱਛੇ ਹੋਣਾ, ਇਹ ਸਾਰੀਆਂ ਚੀਜ਼ਾਂ ਮੇਲ ਦੇ ਕਰਕੇ ਮੇਲ ਵੀ ਇਹਨਾਂ ਸਿੰਪਟਮ ਦੇ ਵਿੱਚ ਆ ਸਕਦੇ ਆ। ਤਾਂ ਉਹਨਾਂ ਦੇ ਵਿੱਚ ਵੀ ਅਗਰ ਇਸ ਤਰ੍ਹਾਂ ਦੀ ਤੁਹਾਨੂੰ ਲੱਗਦਾ ਤਾਂ ਸਭ ਤੋਂ ਪਹਿਲਾਂ ਸਮਝੋ ਕਿ ਅਗਰ ਇਹ ਪਹਿਲਾਂ ਨਾਲੋਂ ਜ਼ਿਆਦਾ ਗੁੱਸੇ 'ਚ ਰਹਿਣ ਲੱਗ ਪਿਆ, ਚੀਜ਼ਾਂ ਤੋੜਨ ਲੱਗ ਪਿਆ ਔਰ ਇਸ ਤਰ੍ਹਾਂ ਪਾਗਲਪਨ ਦੇ ਵਿੱਚ ਹਾਈਪਰ ਹੋ ਜਾਂਦਾ ਹੈ, ਠੀਕ ਹੈ। ਉਹਨੂੰ ਪਾਗਲ ਕਹਿਣ ਦੀ ਬਜਾਏ ਉਹਨੂੰ ਅਸੀਂ ਠੰਡਾ ਕਰਨ ਦੀ ਕੋਸ਼ਿਸ਼ ਕਰੀਏ, ਉਹਦੀ ਜਿਹੜੀ ਸਮੱਸਿਆ ਹੈ ਉਹਨੂੰ ਜਿੰਨਾ ਕੁ ਵੀ ਹੱਲ ਦੇ ਸਕਦੇ ਹੱਲ ਦੇਣ ਦੀ ਕੋਸ਼ਿਸ਼ ਕਰੀਏ, ਪਿਆਰ ਵਾਲੀ ਕਾਉਂਸਲਿੰਗ ਵੱਲ ਲੈ ਕੇ ਆਈਏ। ਔਰ ਜਿਹੜੀ ਚੀਜ਼ ਹਥਿਆਰ ਨਹੀਂ ਕਰ ਸਕਦੇ ਉਹ ਪਿਆਰ ਜ਼ਰੂਰ ਕਰ ਜਾਂਦਾ ਹੈ। ਅਤੇ ਨੇਜ਼ਲ ਥੈਰੇਪੀ ਜਿਹੜੀ ਹੈ ਸਾਰੇ ਹਾਲਾਤਾਂ ਦੇ ਵਿੱਚ ਕੰਮ ਕਰਦੀ ਹੈ? ਬਿਲਕੁਲ, ਨੇਜ਼ਲ ਥੈਰੇਪੀ ਤਾਂ ਸਾਰੇ ਹਾਲਾਤਾਂ 'ਚ ਕੰਮ ਕਰਦੀ ਹੈ, ਕਿਉਂਕਿ ਉਹਦੇ ਨਾਲ ਬ੍ਰੇਨ ਦੇ ਅੰਦਰ ਜਿਹੜੀ ਕੈਮੀਕਲ ਰਿਐਕਸ਼ਨਸ ਨੇ ਔਰ ਨਰਵਸ ਸਿਸਟਮ ਉਹ ਸਾਰਾ ਬੜਾ ਐਕਟਿਵ ਹੋ ਜਾਂਦਾ ਹੈ। ਤਾਂ ਜਦੋਂ ਨਰਵਸ ਸਿਸਟਮ, ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੂੰਗਾ, ਜਿੰਨੀਆਂ ਵੀ ਹਾਈਪਰ ਐਕਟੀਵਿਟੀਜ਼ ਉਹਦੇ 'ਚ ਨਰਵਸ ਸਿਸਟਮ ਹੀਟ ਕਰ ਜਾਂਦਾ ਹੈ, ਠੀਕ ਹੈ। ਜਿਹਦੇ 'ਚ ਜਿੰਨੀਆਂ ਵੀ ਹਿਸਟੀਰੀਆ ਦੇ ਵਿੱਚ ਵੀ ਨਰਵਸ ਸਿਸਟਮ ਹੀਟ ਕਰਦਾ ਅਤੇ ਇਹ ਨਰਵਸ ਸਿਸਟਮ ਨੂੰ ਕੰਟਰੋਲ ਕਰ ਦਿੰਦੀ ਹੈ ਨੇਜ਼ਲ ਥੈਰੇਪੀ। ਇੱਕ ਆਪਣਾ ਪ੍ਰੋਡਕਟ ਹੈਗਾ ਫਲੂ ਕੇਅਰ, ਉਹ ਵੀ ਨਰਵਸ ਤੰਤਰ ਨੂੰ ਕੰਟਰੋਲ ਕਰਦਾ ਹੈ, ਠੀਕ ਹੈ। ਤਾਂ ਉਹਨੂੰ ਅਸੀਂ ਸਪਾਈਨਲ 'ਤੇ ਅਪਲਾਈ ਕਰਨ ਲਈ ਵੀ ਦਿੰਦੇ ਹਾਂ, ਪੀਣ ਲਈ ਵੀ ਦਿੰਦੇ ਹਾਂ।
ਸੋ ਇਹ ਸਾਰੀਆਂ ਚੀਜ਼ਾਂ ਅਸੀਂ ਆਪਦੀ ਪ੍ਰੈਕਟਿਸ 'ਚ ਯੂਜ਼ ਕਰਦੇ। ਤੇ ਇਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਇਹ ਗੱਲ ਦੱਸ ਦਿੱਤੀ ਵੀ ਨਰਵਸ ਸਿਸਟਮ ਜਿਹੜਾ ਉਹ ਕਿੱਦਾਂ ਹੋ ਗਿਆ, ਜਿਹੜੇ ਸਪਾਈਨ ਦੇ ਉੱਤੇ ਜਿਹੜੀ ਲਾਉਣ ਨੂੰ ਤੁਸੀਂ ਜਿਹੜੀ ਇੱਕ ਫਲੂ ਕੇਅਰ ਵੀ ਦੱਸ ਦਿੱਤੀ ਹੈ ਕਿ ਨਰਵਸ ਸਿਸਟਮ ਜਿਹੜਾ ਕਿੱਦਾਂ ਹੋ ਜਾਂਦਾ ਹੈਗਾ। ਜਿਹੜੀ ਤੁਸੀਂ ਇਹ ਹਿਸਟੀਰੀਆ ਦੀ ਜਿਹੜੀ ਜਾਣਕਾਰੀ ਦਿੱਤੀ ਹੈਗੀ ਆ, ਕੀ ਇਹਦੇ ਵਿੱਚ ਉਮਰ ਦਾ ਵੀ ਕੋਈ ਉਹ ਹੁੰਦਾ ਵੀ ਕਿਹੜੀ ਉਮਰ ਦੇ ਲੋਕਾਂ ਨੂੰ ਇਹ ਜ਼ਿਆਦਾ ਆਉਂਦੀ ਹੈ ਜਾਂ ਕਿਹੜੀ ਉਮਰ ਦੇ ਲੋਕਾਂ ਨੂੰ ਇਹ ਨਹੀਂ ਹੁੰਦੀ? ਮੋਸਟਲੀ ਇੱਕ ਏਜਡ ਜਿਹੜੇ ਲੋਕ ਨੇ, ਖਾਸ ਕਰ ਜਦ ਫੀਮੇਲ ਦੀ ਗੱਲ ਕਰਦੇ ਆ ਤਾਂ ਮੈਨੋਪੌਜ਼ ਦੇ ਟਾਈਮ ਪੀਰੀਅਡ ਦੇ ਵਿੱਚ ਜਾ ਕੇ ਇਹ ਹੋ ਜਾਂਦੀ ਹੈ। ਬਾਕੀ ਜਿਹੜੀ ਉਮਰ ਦੀ ਗੱਲ ਕਰ ਰਹੇ ਆ ਕਿ ਦਬਾਅ, ਮਾਨਸਿਕ ਦਬਾਅ ਦੀ ਗੱਲ ਕਰਦੇ ਤਾਂ ਉਹ ਤਾਂ ਸਕੂਲ ਟਾਈਮ ਤੋਂ ਵੀ ਹੋ ਸਕਦਾ ਸ਼ੁਰੂ ਹੋਇਆ ਹੋਵੇ, ਠੀਕ ਹੈ ਨਾ। ਸਕੂਲ ਟਾਈਮ ਤੋਂ ਜਾਂ ਛੋਟੀ ਉਮਰ ਤੋਂ ਵੀ ਕਈ ਵਾਰੀ ਹੁੰਦਾ ਹੈ ਕਿ ਬੱਚੇ ਦੇ ਮਾਈਂਡ 'ਚ ਇਹ ਹੁੰਦਾ ਹੈ ਕਿ ਦੂਸਰੇ ਬੱਚੇ ਨੂੰ ਜ਼ਿਆਦਾ ਪਿਆਰ ਮਿਲ ਰਿਹਾ, ਮੈਨੂੰ ਨਹੀਂ ਮਿਲ ਰਿਹਾ। ਉਹ ਵੀ ਇੱਕ ਦਬਾਅ 'ਚ, ਮਾਨਸਿਕ ਦਬਾਅ 'ਚ ਕਨਵਰਟ ਹੋ ਜਾਂਦਾ, ਉਹ ਵੀ ਡਿਪਰੈਸ਼ਨ 'ਚ ਲੈ ਜਾਂਦਾ ਬੱਚੇ ਨੂੰ। ਸੋ ਇਹ ਅਵਸਥਾ ਵੀ ਜਦੋਂ ਬੱਚੇ ਨੂੰ ਸਮਝ ਆ ਜਾਂਦੀ ਹੈ ਉਸ ਤੋਂ ਬਾਅਦ ਕਿਤੇ ਵੀ ਸ਼ੁਰੂ ਹੋ ਸਕਦੀ ਹੈ। ਜਿਹੜਾ ਪਿੱਛੇ ਤੁਸੀਂ ਇੱਕ ਗੱਲ ਦੱਸੀ ਸੀ ਵੀ 3 12 6 ਸਾਹ ਲੈਣ ਦਾ ਤਰੀਕਾ, ਉਹ ਵੀ ਇਹਦੇ ਤੇ ਕੰਮ ਕਰੋ? ਬਿਲਕੁਲ ਕਰੇਗਾ, ਉਹ ਕੰਮ ਕਰੇਗਾ। ਮੰਨ ਲਓ ਕਿ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਤੁਹਾਡੇ ਅੰਦਰ ਜਿਹੜੇ ਸਿੰਪਟਮ ਨੇ ਹਿਸਟੀਰੀਆ ਦੇ ਨੇ, ਕਨਵਰਜਨ ਡਿਸਆਰਡਰ ਦੇ ਨੇ, ਤਾਂ ਤੁਸੀਂ ਅਗਰ ਉਹਨੂੰ ਉਸ ਐਕਸਰਸਾਈਜ਼ ਨੂੰ ਕਰਦੇ ਹੋ ਤਾਂ ਤੁਸੀਂ ਆਪਣਾ ਇਲਾਜ ਆਪ ਕਰ ਲਓਗੇ। ਕਈ ਵਾਰੀ ਹੋ ਸਕਦਾ ਕਿਸੇ ਨੇ ਪਹਿਲੀ ਵਾਰੀ ਵੀਡੀਓ ਦੇਖੀ ਹੈ ਬਈ 3 6 12 ਵਾਲੀ, ਹਾਂ, ਤਾਂ ਉਹਦੇ ਵਿੱਚ ਆਪਾਂ ਲੰਬਾ ਸਾਹ ਜਦੋਂ ਲੈਣਾ ਹੁੰਦਾ ਤਾਂ ਆਪਾਂ ਆਪਣੇ ਅੰਦਰ ਇੱਕ ਕਾਊਂਟਿੰਗ ਹੈ 3 6 12, ਮੀਨਸ ਜੋ ਸਾਹ ਨੂੰ ਅੰਦਰ ਖਿੱਚਣਾ ਹੈ ਤਾਂ ਆਪਾਂ ਅੰਦਰ ਕਾਊਂਟਿੰਗ ਕਰਾਂਗੇ 3 ਤੱਕ ਦੀ। ਜਦੋਂ ਸਾਹ ਨੂੰ ਆਪਾਂ ਹੋਲਡ ਕਰਨਾ ਹੈ ਤਾਂ ਉੱਥੇ ਆਪਾਂ ਕਾਊਂਟਿੰਗ ਕਰਾਂਗੇ 12 ਤੱਕ ਦੀ। ਜਦੋਂ ਆਪਾਂ ਉਹਨੂੰ ਛੱਡਣਾ ਤਾਂ ਕਾਊਂਟਿੰਗ ਕਰਾਂਗੇ 6 ਤੱਕ ਦੀ। ਤਾਂ 3 12 6 ਨੂੰ ਆਪਾਂ ਫਾਰਮੂਲੇ ਦਾ ਨਾਮ ਹੈਗਾ, ਤਾਂ ਜੋ ਸਮਝਣ ਵਾਲੇ ਨੂੰ ਸੌਖਾ ਹੋ ਜਾਵੇ, ਤੁਹਾਨੂੰ ਘੜੀ ਵੱਲ ਜ਼ਿਆਦਾ ਨਾ ਦੇਖਣਾ ਪਵੇ, ਤੁਸੀਂ ਮਨ 'ਚ ਹੀ ਕਾਊਂਟਿੰਗ ਕਰ ਰਹੇ ਹੋ। ਸਾਹ ਨੂੰ ਖਿੱਚਿਆ, ਅੰਦਰ ਆਕਸੀਜਨ ਨੂੰ ਭਰਿਆ, ਤੁਸੀਂ ਹਵਾ ਨੂੰ ਭਰਿਆ, ਅੰਦਰ ਜਦੋਂ ਫੁੱਲ ਕਰਨਾ ਹੈ, ਭਰਨਾ ਹੈ, ਉਦੋਂ 3 ਗਿਣਦੇ ਭਰਨਾ ਹੈ। ਹੋਲਡ ਕਰਨਾ ਹੈ ਤਾਂ 12 ਗਿਣ ਕੇ ਹੋਲਡ ਕਰਨਾ ਹੈ, ਛੱਡਣਾ ਤਾਂ 6 ਗਿਣ ਕੇ ਛੱਡ ਦੇਣਾ। ਪਿੱਛੇ ਸਾਇੰਸ ਇਹ ਹੈਗੀ ਹੈ ਕਿ ਇਹਦੇ ਨਾਲ ਤੁਹਾਡੀ ਜਿਹੜੀ ਆਕਸੀਜਨ ਹੈ, ਜਿਹੜੀ ਹਵਾ ਦਾ ਲੈਵਲ ਤੁਸੀਂ ਆਪਣੇ ਅੰਦਰ ਭਰ ਲਿਆ, ਉਹ ਤੁਹਾਡੀ ਸੈੱਲ ਦੀ ਮੈਂਬਰਨ 'ਚ ਜਾ ਕੇ ਇੱਕ ਤਾਂ ਕਾਰਬਨ ਕੱਢ ਕੇ ਬਾਹਰ ਲੈ ਆਉਂਦੀ ਹੈ, ਦੂਸਰਾ ਸੈੱਲ ਦਾ ਟੈਂਪਰੇਚਰ ਮੈਨੇਜ ਕਰਦੀ ਹੈ, ਤੀਸਰਾ ਉਹਦੀ ਸ਼ੀਲਡ ਨੂੰ ਮਜ਼ਬੂਤ ਕਰਦੀ ਹੈ, ਚੌਥਾ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦੀ ਹੈ, ਪੰਜਵਾਂ ਅਗਰ ਤੁਹਾਡਾ ਸੈੱਲ ਕਿਸੇ ਵਾਇਰਸ ਔਰ ਬੈਕਟੀਰੀਆ ਦਾ ਸੰਕਰਮਣ ਹੋ ਗਿਆ ਤਾਂ ਉਹਦੇ ਅੰਦਰ ਇਮਿਊਨਿਟੀ ਉਹਦੀ ਸ਼ੀਲਡ ਨੂੰ ਮਜ਼ਬੂਤ ਕਰਕੇ ਫਾਈਟ ਕਰਨ ਦੀ ਕੈਪੈਸਿਟੀ ਵਧਾ ਦਿੰਦੀ ਹੈ। ਸੋ ਇਹਦੇ ਬਹੁਤ ਸਾਰੇ ਫਾਇਦੇ ਨੇ। ਔਰ ਨੈਕਸਟ ਹੈਗਾ ਕਿ ਤੁਹਾਡਾ ਆਪਣਾ ਪੇਸ਼ੈਂਸ ਲੈਵਲ, ਮੈਮਰੀ ਲੈਵਲ ਔਰ ਤੁਹਾਡੀ ਜਿਹੜੀ ਹੈਗੀ ਆ ਬਿਮਾਰੀਆਂ ਲੜਨ ਦੀ क्षमता ਉਹਦੇ ਵਿੱਚ ਵਾਧਾ ਕਰ ਦਿੰਦੀ ਹੈ। ਬਿਲਕੁਲ, ਮੈਂ ਦਰਸ਼ਕਾਂ ਦੀ ਜਾਣਕਾਰੀ ਦੱਸ ਦਿਆਂ ਕਿ ਇਹ ਜਿਹੜੀ ਚੀਜ਼ ਹੈਗੀ ਡਾਕਟਰ ਵਰਿੰਦਰ ਸਿੰਘ ਭੁੱਲਰ ਨੇ ਜਿਹੜੀ ਅੱਜ ਦੱਸੀ 3 12 ਤੇ 6, ਇਹ ਇਸ ਕਰਕੇ ਪੁੱਛਿਆ ਮੈਂ ਕਿਉਂਕਿ ਜਦੋਂ ਆਪਾਂ ਨੇ ਸਾਹ ਅੰਦਰ ਖਿੱਚਿਆ, ਉਸਨੂੰ ਰੋਕਿਆ, ਹੋਲਡ ਕੀਤਾ, ਰੋਕਿਆ, ਤੇ ਜਦੋਂ ਉਹਨੂੰ ਛੱਡਿਆ, ਇਹ ਜਿਹੜੀ ਪ੍ਰਕਿਰਿਆ ਦੇ ਵਿੱਚ ਪ੍ਰੈਸ਼ਰ ਪੈਂਦਾ ਬਾਡੀ ਦੇ ਅੰਦਰ, ਹਵਾ ਦਾ ਪ੍ਰੈਸ਼ਰ ਪੈਂਦਾ, ਆਕਸੀਜਨ ਦਾ ਪ੍ਰੈਸ਼ਰ ਪੈਂਦਾ। ਉਹ ਪ੍ਰੈਸ਼ਰ ਜਿਹੜਾ ਆਪਣੇ ਬਾਡੀ ਦੇ ਇੱਕ ਸੈੱਲ ਤੱਕ ਪਹੁੰਚਦਾ ਆਕਸੀਜਨ, ਤੇ ਉਹ ਸੈੱਲ ਜਿਹੜੀ ਹੈ ਪਹੁੰਚ ਕੇ ਆਕਸੀਜਨ ਜਿਹੜੀ ਹੈ, ਆਕਸੀਜਨ ਮਤਲਬ ਬਲੱਡ ਮਤਲਬ ਨਿਊਟ੍ਰੀਸ਼ਨ, ਵਾਟਰ, ਬਲੱਡ ਮਤਲਬ ਨਿਊਟ੍ਰੀਸ਼ਨ ਜਿਹੜਾ ਖਾਣਾ ਹੈ, ਇਹ ਤਿੰਨੋਂ ਚੀਜ਼ਾਂ ਜਦੋਂ ਬਾਡੀ ਦੇ ਇੱਕ ਸੈੱਲ, ਹੁਣ ਸੈੱਲ ਗੜਬੜ ਕਿੱਥੇ ਹੋ ਰਹੀ ਹੈ? ਬ੍ਰੇਨ ਦੇ ਵਿੱਚ ਇੱਥੇ, ਤੇ ਉਹ ਬ੍ਰੇਨ ਦੇ ਵਿੱਚ ਜਦੋਂ ਆਕਸੀਜਨ ਸਪਲਾਈ ਤੇ ਬਲੱਡ ਸਪਲਾਈ ਤੇ ਸਾਰੀਆਂ ਚੀਜ਼ਾਂ ਦੀ ਸਪਲਾਈ ਵੱਧ ਗਈ ਤਾਂ ਉੱਥੇ ਜਿਹੜਾ ਡਿਸਆਰਡਰ ਹੋਇਆ ਹੋਏਗਾ ਉਹ ਠੀਕ ਹੋਣ ਲੱਗਾ। ਠੀਕ ਆ ਜੀ? ਮੈਂ ਬਿਲਕੁਲ ਸਹੀ ਕਿਹਾ ਤੁਸੀਂ। ਸੋ ਇਸੇ ਤਰ੍ਹਾਂ ਹੀ ਇਹ ਜਿਹੜੀ ਐਕਸਰਸਾਈਜ਼ ਤੁਹਾਨੂੰ ਕਾਫੀ ਹੈਲਪਫੁਲ ਰਹਿੰਦੀ ਹੈ, ਨੈਚੁਰਲ ਮੈਡੀਸਨ ਦਾ ਕੰਮ ਕਰਦੀ ਹੈ। ਬਹੁਤ ਧੰਨਵਾਦ। ਮੈਨੂੰ ਲੱਗਦਾ ਕਿ ਪੂਰੀ ਕੰਪਲੀਟ ਜਾਣਕਾਰੀ, ਇੱਕ ਕੰਪਲੀਟ ਪੈਕੇਜ ਹੈਗਾ। ਇਹਦੇ ਵਿੱਚ ਕਾਉਂਸਲਿੰਗ ਵੀ ਆ ਗਈ, ਇਹਦੇ ਵਿੱਚ ਦਵਾਈ ਵੀ ਆ ਗਈ, ਇਹਦੇ ਵਿੱਚ ਆਪਾਂ ਐਕਸਰਸਾਈਜ਼ ਵੀ ਦੱਸਦੀ, ਕੰਪਲੀਟ ਪੈਕੇਜ ਹੈਗਾ। ਤੇ ਮੈਨੂੰ ਲੱਗਦਾ ਦਰਸ਼ਕਾਂ ਨੂੰ ਬਹੁਤ ਪਸੰਦ ਆਏਗਾ ਇਹ ਚੀਜ਼। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਦਾ ਇਹਨਾਂ ਪਿਆਰ ਤੇ ਆਸ਼ੀਰਵਾਦ ਦੇਣ ਲਈ। ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜੇ ਸ਼ਬਦ ਨੇ ਇਹ ਦਵਾਈ ਬਣਾ ਕੇ ਤੁਹਾਡੇ ਤੱਕ ਭੇਜੇ ਜਾਣ, ਤੇ ਤੁਸੀਂ ਇਹਨੂੰ ਮਨੋ ਤਨੋਂ ਸੁਣ ਕੇ ਔਰ ਆਪਣਾ ਫਾਇਦਾ ਕਰੋ। ਨਾਲ ਦੀ ਨਾਲ ਹੀ ਅਗਰ ਅੱਛੇ ਲੱਗਦੇ ਨੇ ਇਹਨੂੰ ਨਾਲ ਦੀ ਨਾਲ ਇਹਨੂੰ ਵੰਡ ਵੀ ਦਿਆ ਕਰੋ। ਸੋ ਸਾਰਿਆਂ ਦਾ ਬਹੁਤ ਧੰਨਵਾਦ। ਬਹੁਤ ਧੰਨਵਾਦ। ਤੇ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ। ਹਿਸਟੀਰੀਆ ਬਹੁਤ ਵਾਰੀ ਸੁਣਿਆ ਵੀ ਹਿਸਟੀਰੀਆ ਦਾ ਦੌਰਾ ਪੈ ਗਿਆ, ਬਹੁਤ ਹਾਈਪਰ ਹੋ ਗਿਆ ਬੰਦਾ, ਹਮਲਾ ਕਰਤਾ, ਆਪਣੇ ਆਪ ਨੂੰ ਮਾਰ ਲਿਆ, ਖੇਡਣਾ ਸ਼ੁਰੂ ਕਰਤਾ, ਸਿਰ ਚੌਂਕੀ ਆ ਗਈ, ਉਹਨੂੰ ਬਾਬਿਆਂ ਕੋਲ ਲੈ ਗਏ, ਉਹਨੂੰ ਕਿਸੇ ਧਾਰਮਿਕ ਥਾਂ 'ਤੇ ਲੈ ਗਏ,
ਤੇ ਜੇ ਕਿਤੇ ਨਹੀਂ ਲੈ ਕੇ ਗਏ ਤੇ ਉਸੇ ਨੂੰ ਬਾਬਾ ਬਣਾ ਕੇ ਬਿਠਾ ਲਿਆ ਵੀ ਇਹ ਇਹਦੇ 'ਚ ਚੌਂਕੀ ਆਉਂਦੀ ਹੈ ਤੇ ਇਹਨੂੰ ਆ ਕੇ ਮੱਥਾ ਟੇਕੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਜੋੜ ਲਿੱਤੀਆਂ ਜਾਂਦੀਆਂ ਕਿਸੇ ਨਾ ਕਿਸੇ ਮਾਨਤਾ ਦੇ ਨਾਲ, ਕਿਸੇ ਨਾ ਕਿਸੇ ਜਿਹੜੀ ਉਹ ਆਪਣੀ ਦਿਮਾਗੀ ਸੋਚ ਦੇ ਨਾਲ। ਜਦ ਕਿ ਇਹਦੇ ਪਿੱਛੇ ਦੇ ਕਾਰਨ ਜਿਹੜੇ ਨੇ ਉਹ ਡਾਕਟਰ ਵਰਿੰਦਰ ਸਿੰਘ ਭੁੱਲਰ ਰਾਣਾ ਨੇ ਅੱਜ ਖੁੱਲ੍ਹ ਕੇ ਤੁਹਾਡੇ ਸਾਹਮਣੇ ਰੱਖੇ ਨੇ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਨਿਊਜ਼ ਏਸ਼ੀਆ ਪੰਜਾਬੀ ਜਿਹੜਾ ਨਾ ਸਿਰਫ ਆਪਣੇ ਚੈਨਲ ਦੇ ਉੱਤੇ ਇਸ ਨੂੰ ਸ਼ੇਅਰ ਕਰ ਰਿਹਾ, ਬਲਕਿ ਨਿਊਜ਼ ਏਸ਼ੀਆ ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਤੇ ਵੀ ਇਸ ਨੂੰ ਸ਼ੇਅਰ ਕਰ ਰਿਹਾ। ਹਰੇਕ ਵੀਡੀਓ ਨੂੰ ਸ਼ੇਅਰ ਕਰ ਰਹੇ ਹਾਂ ਅਸੀਂ, ਅਤੇ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਨਿਊਜ਼ ਏਸ਼ੀਆ ਪੰਜਾਬੀ ਦਾ ਜਿਹੜਾ ਫੇਸਬੁੱਕ ਪੇਜ ਹੈ ਉਸ ਨੂੰ ਵੀ ਤੁਸੀਂ ਵੱਧ ਤੋਂ ਵੱਧ ਲਾਈਕ ਕਰੋ, ਫੋਲੋ ਕਰੋ ਉਸ ਨੂੰ। ਉਹਦੇ ਉੱਤੇ ਵੀ ਤੁਹਾਨੂੰ ਜਿੰਨੀਆਂ ਵੀ ਰੈਮਡੀਜ਼ ਇੱਥੇ ਦਿੱਤੀਆਂ ਜਾ ਰਹੀਆਂ ਨੇ ਉਹ ਫੇਸਬੁੱਕ ਪੇਜ ਦੇ ਉੱਤੇ ਵੀ ਦਿੱਤੀਆਂ ਜਾ ਰਹੀਆਂ ਨੇ, ਅਤੇ ਉਸ ਨੂੰ ਵੀ ਤੁਸੀਂ ਉਨਾ ਹੀ ਪਿਆਰ ਦਿਓ ਜਿੰਨਾ ਪਿਆਰ ਇੱਥੇ ਦਿੱਤਾ ਹੈ। ਕਿਉਂਕਿ ਬਹੁਤ ਸਾਰੇ ਲੋਕਾਂ ਕੋਲ ਜਿਹੜੀ ਹੈ YouTube ਦੇ ਉੱਤੇ ਨਹੀਂ ਉਹ ਹੈਗੇ, ਉਹਨਾਂ ਕੋਲ ਫੇਸਬੁੱਕ ਜਿਹੜੀ ਉਹਨਾਂ ਕੋਲ ਚੱਲ ਰਹੀ ਹੈ, ਤਾਂ ਉਹ ਫੇਸਬੁੱਕ ਦੇ ਉੱਤੇ ਜਾ ਕੇ ਵੀ ਇਹਨਾਂ ਵੀਡੀਓ ਨੂੰ ਦੇਖ ਸਕਦੇ ਨੇ। ਅਤੇ ਇਹ ਸਾਰੇ ਪਲੇਟਫਾਰਮ ਦੇ ਉੱਤੇ ਜਦੋਂ ਇਹ ਵੀਡੀਓਜ਼ ਚੱਲਣਗੀਆਂ ਜਾਂ ਉਹਨਾਂ ਕੋਲ ਪਹੁੰਚਣਗੀਆਂ ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ। ਤਾਂ ਜਦੋਂ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।